ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦਾ ਹਮੇਸ਼ਾ ਓਟ ਆਸਰਾ ਲੈ ਕੇ ਕੋਸ਼ਿਸ਼ ਕਰਦਾ ਹਾਂ ਕਿ ਤੁਹਾਡੇ ਨਾਲ ਕੁਝ ਆਪਣੇ ਵਿਚਾਰ, ਕੁਝ ਤੁਹਾਡੀਆਂ ਗੱਲਾਂ ਬਾਤਾਂ ਦੇ ਨਾਲ ਆਪਾਂ ਜੋ ਵੀ ਉਸ ਮਾਲਕ ਨੇ ਵਕਤ ਦਿੱਤਾ ਹੈ ਉਸ ਨੂੰ ਆਪਾਂ ਵਧੀਆ ਤਰੀਕੇ ਨਾਲ ਨਿਭਾ ਸਕੀਏ। ਜਿਵੇਂ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਸਾਡੇ ਮਾਣਯੋਗ ਦੇਵ ਰਾਜ ਸ਼ੀਮਾਰ ਜੀ ਅੱਜ ਦਾਦਾ ਬਣੇ ਹਨ। ਉਹਨਾਂ ਦਾ ਬੇਟਾ ਸਾਈਮਨ ਸ਼ੀਮਾਰ ਦੇ ਘਰ ਅੱਜ ਮਾਲਕ ਨੇ ਬੱਚੇ ਦੀ ਦਾਤ ਬਖਸ਼ੀ ਹੈ। ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਉਸ ਬੱਚੇ ਨੂੰ ਬਹੁਤ ਵਧੀਆ ਸਿਹਤ ਪੱਖੋਂ ਔਰ ਮਾਂ ਪਿਓ ਦਾ ਆਗੀਕਾਰੀ ਹੋਵੇ। ਔਰ ਇਸ ਖੁਸ਼ੀ ਦੇ ਵਿੱਚ ਸਾਡੇ ਕਸਤੂਰੀ ਲਾਲ ਕਲੇਰ ਜੀ 21 ਪੌਂਡ ਔਰ ਵਿਜੇ ਮਾਨ ਜੀ 10 ਪੌਂਡ ਦਿੰਦੇ ਹਨ। ਦਾਸ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ। ਜਿਵੇਂ ਕਿ ਅੱਜ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਦਾ ਦਿਨ ਜਿਹੜਾ ਹੈ ਉਹ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਸਾਰੇ ਪਾਸੇ, ਜਿਹਦੇ ਵਿੱਚ ਆਪਾਂ ਚਿਲਡਰਨ ਡੇ ਵੀ ਕਹਿ ਸਕਦੇ ਹਾਂ। ਦੂਸਰਾ ਜਿਵੇਂ ਕਿ ਕੱਲ ਮਹਾਰਾਣਾ ਰਣਜੀਤ ਸਿੰਘ ਜੀ ਦਾ 20 ਵਰਥ ਐਨਵਰਸਰੀ ਸੀਗੀ। ਏਕਤਾ ਟੀਵੀ ਦੀ ਟੀਮ ਵੱਲੋਂ ਬਹੁਤ ਬਹੁਤ ਅਸੀਂ ਵਧਾਈ ਦਿੰਦੇ ਹਾਂ। ਨਾਲ ਹੀ ਬਹੁਤ ਸਾਰੇ ਅੱਜ ਤੁਹਾਡੇ ਨਾਲ ਵਿਚਾਰ ਕਰਾਂਗੇ ਔਰ ਜੋ ਆਉਣ ਵਾਲੇ ਪ੍ਰੋਗਰਾਮ ਆ ਉਸ ਬਾਰੇ ਵੀ ਗੱਲਬਾਤ ਕਰਾਂਗੇ। ਅੱਜ ਮੇਰਾ ਸਾਥ ਦੇਣ ਲਈ ਸਾਡੇ ਨਾਲ ਵਿਰਾਜਮਾਨ ਹਨ ਰਾਜ ਮਾਨਕ ਜੀ। ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਰਾਣਾ ਜੀ ਬਹੁਤ ਬਹੁਤ ਧੰਨਵਾਦ। ਤੁਸੀਂ ਬੜੇ ਅੱਛੇ ਪ੍ਰੋਗਰਾਮ ਕਰਦੇ ਆ, ਬੜਾ ਵਧੀਆ ਕੌਮ ਦਾ ਹਿੱਸਾ ਬਣੇ ਹੋ ਆ ਅਤੇ ਸਾਰਿਆਂ ਨੂੰ ਵਧਾਈਆਂ ਵੀ ਦਿੰਦੇ ਹਾਂ ਜੋ ਅੱਜ ਦਿਨ ਮਨਾਏ ਗਏ। ਸੋ ਜਿਨ੍ਹਾਂ ਨੂੰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ, ਦਾਦਾ ਜੀ ਬਣੇ, ਉਹਨਾਂ ਬਾਰੇ ਵੀ ਤੁਸੀਂ ਵਿਚਾਰ ਕੀਤੇ ਹਨ। ਵੈਰੀ ਗੁੱਡ ਸਾਥੀਓ, ਇਸ 'ਤੇ ਸਾਥ ਦਿਓ ਮੀਡੀਆ ਦਾ। ਸੋ ਰਾਣਾ ਜੀ ਕਰਿਓ ਅਗਲੀ ਗੱਲ ਜ਼ਰੂਰ। ਜਿਹੜੀਆਂ ਰਾਜ ਮਾਨਕ ਜੀ ਆਪਾਂ ਜਿਸ ਵਿਸ਼ੇ ਲਈ, ਜਿਸ ਮੁੱਦੇ ਲਈ ਆਪਾਂ ਇਹ ਮੀਡੀਆ ਚਲਾਇਆ ਹੈ, ਜਿਵੇਂ ਕਿ 15 ਦਸੰਬਰ ਨੂੰ ਇਹਨੂੰ 2 ਸਾਲ ਹੋ ਜਾਣੇ ਹਨ। ਉਸ ਦੇ 2 ਸਾਲ ਦੀ ਜਿਹੜੀ ਆਪਾਂ ਉਹ ਐਨਵਰਸਰੀ ਮਨਾਉਣ ਦੇ ਲਈ ਪ੍ਰੋਗਰਾਮ ਲਿਖਿਆ ਹੈ। 1 ਜਨਵਰੀ ਨੂੰ ਜੋ ਡਿਨਰ ਐਂਡ ਡਾਂਸ ਪ੍ਰੋਗਰਾਮ ਰੱਖਿਆ ਹੈ, ਉਸ ਵਿੱਚ ਆਪਾਂ ਤੁਹਾਡੇ ਅੱਗੇ ਸਾਰਿਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਉਸ ਪ੍ਰੋਗਰਾਮ ਦੇ ਲਈ ਆਪਣੀਆਂ ਟਿਕਟਾਂ ਜ਼ਰੂਰ ਬੁੱਕ ਕਰਵਾਓ। ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਹਰੇਕ ਐਂਗਲ ਤੋਂ, ਹਰੇਕ ਪੱਖੋਂ ਮਨੋਰੰਜਨ ਕਰਨ ਦੇ ਲਈ ਅਸੀਂ ਪੂਰਾ ਵਿਸ਼ੇਸ਼ ਤੌਰ 'ਤੇ ਸਾਰੇ ਦਾ ਸਾਰਾ ਅਰੇਂਜ ਕੀਤਾ ਹੋਇਆ ਹੈ। ਔਰ ਇਸ ਵਿੱਚ ਸਾਡੇ ਕੋਲ ਜੋ ਕਮੈਂਟਰੀ ਤੋਂ ਪਹਿਲੀ ਵਾਰ ਰੱਜ ਕੇ ਦੇਸੀ ਡੀਜੇ ਉਹ ਸਾਡੇ ਕੋਲ ਲੈ ਕੇ ਆ ਰਹੇ ਹਨ। ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ। ਜਿਵੇਂ ਕਿ ਸਾਡੇ ਅਮਿਤ ਰਾਣੋ ਜੀ ਜੋ ਮਿਊਜ਼ਿਕ ਗਰੁੱਪ ਲੈ ਕੇ ਆ ਰਹੇ ਹਨ, ਜਿਹਦੇ ਵਿੱਚ ਯੂਕੇ ਦੇ ਬਹੁਤ ਪ੍ਰਸਿੱਧ ਗਾਇਕ ਸਾਡੇ ਕੋਲ ਔਰ ਜਿਹੜੇ ਇੰਡੀਆ ਤੋਂ ਮਿਸ਼ਨਰੀ ਗਾਇਕ ਰੂਪਲਾਲ ਧੀਰ ਜੀ, ਤੇਜਿੰਦਰ ਤੇਜੀ ਜੀ, ਆਪਣੇ ਬੋਬੀ ਸਰਬਰ ਜੀ, ਆਜ਼ਾਦ ਜਿਹੜਾ ਸਾਡਾ ਬਹੁਤ ਹੀ ਹਰਬੰਸ ਆਜ਼ਾਦ ਜੀ, ਉਹਨਾਂ ਦੇ ਬ੍ਰਦਰ ਕੈਸ਼ ਆਜ਼ਾਦ ਜੀ, ਉਹ ਵੀ ਆਪਣਾ ਪ੍ਰੋਗਰਾਮ ਉਧਰ ਨੂੰ ਕਰਨਗੇ। ਨਾਲ ਹੋਰ ਵੀ ਕਿਸੇ ਨੇ, ਜਿੰਨੇ ਵੀ ਯੂਕੇ ਦੇ ਵਿੱਚ ਸਿੰਗਰ ਹਨ, ਸਾਡੇ ਨਾਲ ਕਿਸੇ ਵੀ ਏਕਤਾ ਟੀਵੀ ਦੇ ਮੈਂਬਰ ਨਾਲ ਸੰਪਰਕ ਕਰਕੇ ਉਹ ਆਪਣਾ ਨਾਂ ਲਿਖਾ ਸਕਦੇ ਹਨ। ਇਹ ਜੋ ਪ੍ਰੋਗਰਾਮ ਹੈ ਇਹ ਤੁਹਾਡੇ ਬਦੌਲਤ, ਤੁਹਾਡੇ ਕਰਕੇ ਹੀ ਨਿਪੜੇ ਚੜ੍ਹਨਾ ਹੈ। ਔਰ ਦਾਸ ਫਿਰ ਬੇਨਤੀ ਕਰਦਾ ਹੈ ਕਿ ਇਹ ਜੋ ਪ੍ਰੋਗਰਾਮ ਲਿਖਿਆ ਗਿਆ ਹੈ 1 ਜਨਵਰੀ ਦਿਨ ਸ਼ਨੀਵਾਰ 2022 ਆਪਾਂ ਉਸ ਦਿਨ ਨੂੰ ਸਾਰਿਆਂ ਨੇ ਰੱਜ ਕੇ ਆਨੰਦ ਮਾਣਨਾ ਹੈ। ਔਰ ਵੱਡੀ ਗੱਲ ਕਿ ਨਵੇਂ ਸਾਲ ਦੀ ਉਹ ਪਹਿਲੀ ਰਾਤ ਹੋਣੀ ਹੈ। ਦੂਸਰੀ ਗੱਲ ਜੋ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਜੋ 16 ਫਰਵਰੀ ਨੂੰ ਆ ਰਿਹਾ ਹੈ, ਉਸ ਬਾਰੇ ਵੀ ਏਕਤਾ ਟੀਵੀ ਇੱਕ ਉਪਰਾਲਾ ਕਰ ਰਿਹਾ ਹੈ ਕਿ ਇਸ ਵਾਰ ਜਿਹੜਾ ਏਕਤਾ ਟੀਵੀ ਵੱਲੋਂ ਹਜਾਜ਼ ਭਰ ਕੇ ਕਾਂਚੀ ਬਨਾਰਸ ਨੂੰ ਲਿਜਾਇਆ ਜਾਵੇ। ਔਰ ਕਿਸੇ ਵੀ ਸਾਡੇ ਪਰਿਵਾਰ ਨੂੰ, ਮਾਤਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਕਿਸੇ ਵੀ ਸੱਜਣ ਮਿੱਤਰ ਨੂੰ ਟਿਕਟ ਚਾਹੀਦੀ ਹੋਵੇ ਤਾਂ ਉਹ ਜ਼ਰੂਰ ਸੰਪਰਕ ਕਰ ਸਕਦੇ ਹਨ। ਔਰ ਰੀਜ਼ਨੇਬਲ ਪ੍ਰਾਈਸ ਹੋਵੇਗੀ। ਉਹ ਇਹਦੇ ਵਿੱਚੋਂ ਇਹ ਨਹੀਂ ਹੈ ਕਿ ਕੋਈ ਅਸੀਂ ਆਪਣੀ ਕਮਿਸ਼ਨ ਕੱਢਣੀ ਹੈ। ਇੱਕ ਏਕਤਾ ਟੀਵੀ ਨੇ ਉਪਰਾਲਾ ਕਰਨਾ ਹੈ ਕਿ ਤੁਹਾਡਾ ਸਾਥ ਸਹਿਯੋਗ ਕਿਸੇ ਵੀ ਪਾਸਿਓਂ ਅਸੀਂ ਦੇ ਸਕੀਏ। ਹਾਂਜੀ ਰਾਜ ਮਾਨਕ ਜੀ। ਸਾਥੀਓ, ਬਹੁਤ ਵੱਡੀਆਂ ਵਿਚਾਰਾਂ ਸਾਡੇ ਬਲਦੇਵ ਰਾਣਾ ਸਰੋਜ ਨੇ ਦਿੱਤੀਆਂ। ਤਕਰੀਬਨ ਕੌਮ ਦੇ ਕੰਮ ਇੱਦਾਂ ਹੀ ਹੁੰਦੇ ਆ। ਦੇਖੋ ਗੁਰਪੁਰਬ ਵੀ ਆ ਗਿਆ, ਆਹ ਸਾਲ ਵੀ ਬੜਾ ਔਖਾ ਲੰਘਾਇਆ। ਖੈਰ ਹੌਲੀ ਹੌਲੀ
ਉਸ ਕੁਦਰਤ ਨੇ ਉਸ ਪਰਮਾਤਮਾ ਨੇ ਮਾੜਾ ਮਾੜਾ ਸਾਹ ਦੇਣਾ ਸਾਰਿਆਂ ਨੂੰ ਸ਼ੁਰੂ ਕੀਤਾ ਜੀ। ਅਸੀਂ ਇਹਦੇ ਲਈ ਲੇਟ ਜ਼ਰੂਰ ਹੋਏ ਆ। ਸਾਨੂੰ ਜਿੱਦਾਂ 6 ਮਹੀਨੇ ਪਹਿਲਾਂ ਵੀ ਇੱਕ ਸਲਾਹ ਮਸ਼ਵਰਾ ਮਿਲਿਆ ਸੀ ਵੀ ਤੁਸੀਂ ਇਹੋ ਜਿਹਾ ਪ੍ਰੋਗਰਾਮ ਕੋਈ ਕਿਉਂ ਨਹੀਂ ਰੱਖਦੇ। ਅਸੀਂ ਇਹਦੇ ਵਿੱਚ ਜ਼ਿਆਦਾ ਤਰਜੀਹ ਇਹ ਦਿੱਤੀ ਆ ਕਿ ਹਜੇ ਕੋਵਿਡ ਦਾ ਪ੍ਰਕੋਪ ਹੈਗਾ ਆ ਜੀ। ਸਾਥੀਓ, ਆਪਾਂ ਜੇ ਕਿਤੇ ਬੰਦਾ ਕਹਿੰਦੇ ਹੁੰਦੇ ਆ ਕਿ ਦੁੱਖਾਂ ਵਿੱਚੋਂ ਲੰਘਦੀ ਦੁਨੀਆ ਸਾਰੀ, ਉਹਨੂੰ ਫਿਰ ਥੋੜ੍ਹੀ ਜਿਹੀ એનર્ਜੀ ਦੀ ਲੋੜ ਜ਼ਰੂਰ ਹੁੰਦੀ ਆ ਵੀ ਚਲੋ ਹੁਣ ਪਰਮਾਤਮਾ ਨੇ ਬੜਾ ਚੰਗਾ ਮੋੜਾ ਪਾ ਦਿੱਤਾ ਆ, ਗੁਰੂਆਂ ਦੀ ਕਿਰਪਾ ਹੋ ਗਈ ਆ ਕਿ ਮਾੜਾ ਜਿਹਾ ਉਹ ਦੁੱਖਾਂ ਤਕਲੀਫਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰੀਏ ਕਿ ਤਾਂ ਕਿ ਆਪਸ ਵਿੱਚ ਮਾੜੀ ਮਾੜੀ ਆਪਾਂ એનર્ਜੀ ਇਕੱਠੀ ਕਰੀਏ। ਉਸੇ ਤਰ੍ਹਾਂ ਇਸ ਪ੍ਰਕੋਪ ਨੂੰ ਆਪਾਂ ਜਾਰੀ ਰੱਖਣਾ ਆ, ਕਿਉਂਕਿ ਹਜੇ ਇੱਕ ਦੂਜੇ ਦਾ ਵਿਚਾਰ ਕਰਨ ਦੇ ਲਈ, ਆਪਾਂ ਇਕੱਠੇ ਹੋਣ ਦੇ ਲਈ ਹਜੇ ਉਸੇ ਤਰ੍ਹਾਂ ਦੇ ਵਿਚਾਰ ਚੱਲਦੇ। ਗੌਰਮੈਂਟਾਂ ਵੀ ਬੜੀਆਂ ਕਾਫੀ ਫਿਕਰਮੰਦ ਆ, ਪਰ ਇਸ ਮੁਲਕ ਨੇ ਬਹੁਤ ਵੱਡਾ ਮਾਰਕਾ ਮਾਰਿਆ। ਸਭ ਤੋਂ ਪਹਿਲਾਂ ਦਵਾਈ ਦੇ ਟੀਕੇ ਲਗਾਏ, ਸਾਰਿਆਂ ਨੇ ਵੈਕਸੀਨੇਟ ਕੀਤਾ, ਜਿਹਦੇ ਵਿੱਚੋਂ ਆਪਾਂ ਨੂੰ ਇਹ ਚੰਗਾ ਲੱਗਾ ਵੀ ਆਪਾਂ ਥੋੜ੍ਹਾ ਜਿਹਾ ਪਹਿਲਾਂ ਉਹ ਪਟੜੀ 'ਤੇ ਆਉਣ ਦੀ ਕੋਸ਼ਿਸ਼ ਕਰੀਏ। ਇਹ ਸਾਰਿਆਂ ਦੇ ਸਾਥ ਨਾਲ ਜਿਹੜਾ ਪ੍ਰੋਗਰਾਮ ਰੱਖਿਆ, ਉਹਦੇ ਵਿੱਚ ਕੋਈ ਇਹ ਨਹੀਂ ਵੀ ਸਾਡੇ ਜਿਹੜੇ ਤੁਸੀਂ ਦੇਖਣੇ ਆ, ਉੱਥੇ ਹੋਰ ਵੀ ਸੰਗਤ ਬਹੁਤ ਹੋਣੀ ਆ। ਹਰ ਇੱਕ ਕਲਾਕਾਰ ਜਿਹੜੇ ਆਉਣੇ ਆ, ਜਿਹੜੇ ਬੜਾ ਚੰਗਾ ਗਾ ਸਕਦੇ ਆ, ਜੇ ਚਾਹੁੰਦੇ ਆ ਉਹ ਸਾਡੇ ਰਾਣੇ ਜੀ ਦਾ ਜਾਂ ਸਾਡੇ ਮੱਲ ਜੀ ਦਾ ਜਾਂ ਕਿਸੇ ਨਾਲ ਵੀ ਕੰਟੈਕਟ ਕਰਨ, ਕਿਉਂਕਿ ਸਿੱਧੀ ਗੱਲ ਇਹਦੇ ਵਿੱਚ ਇਹ ਆ ਕਿ ਅਸੀਂ ਇੱਕ ਉਤਸ਼ਾਹ ਇਹ ਇਕੱਠਾ ਕਰਨਾ ਕਿ ਕੁਛ ਨਾ ਕੁਛ ਮੀਡੀਆ ਲਈ ਇਕੱਠਾ ਹੋ ਜਾਵੇ। ਕੰਮਾਂ-ਕਾਰਾਂ ਦੀ ਬਹੁਤਾਤ ਪਹਿਲਾਂ ਵਾਲੀ ਤਾਂ ਹੈ ਨਹੀਂ, ਕੰਮਕਾਰ ਕੁਛ ਮੰਦੇ ਵੀ ਹੈਗੇ ਆ, ਪਰ ਇਹ ਕੰਮ ਤਾਂ ਨਾਲ ਨਾਲ ਚੱਲਦੇ ਰੱਖਣੇ ਸਾਥੀਓ, ਪੈਸੇ ਬਗੈਰ ਕੁਛ ਨਹੀਂ ਹੁੰਦਾ। ਸੋ ਜਿਸ ਤਰ੍ਹਾਂ ਪਹਿਲਾਂ ਗੱਡੀ ਆ ਜਾਵੇ। ਹਾਂਜੀ ਰਾਣਾ ਜੀ, ਮਨ ਜੀ ਜਿਹੜੀ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਸਾਡੇ ਬੈਡਫੋਰਡ ਤੋਂ KL ਚਾਂਦ ਜੀ ਨੇ ਜਿਹੜਾ ਥਾਪੜਾ ਦਿੱਤਾ ਹੈ, ਹਾਂਜੀ ਉਹਨਾਂ ਨੇ ਜਿਹੜੀ ਹੱਲਾਸ਼ੇਰੀ ਦਿੱਤੀ ਹੈ ਤਾਂ ਕਿ ਕੰਮ ਕੋਈ ਵੀ ਹੈ ਜਦੋਂ ਉਹਦੀ ਬੈਕਗ੍ਰਾਉਂਡ ਮਜ਼ਬੂਤ ਹੋ ਜਾਵੇ, ਜੇ ਇਸ ਮਕਾਨ ਦੀ ਨੀਂਹ ਕੱਚੀ ਹੋਵੇ ਤਾਂ ਉਹਨੇ ਉਹ ਸਾਰੀ ਉਹਦੀ ਕੀ ਹੋਣੀ। ਇਸ ਕਰਕੇ ਆਪਾਂ ਨੂੰ ਚਾਹੀਦਾ ਹੈ ਕਿ ਜਿਹੜਾ ਵੀ ਕੰਮ ਹੈ ਆਪਾਂ ਰਲ ਮਿਲ ਕੇ ਕਰੀਏ। ਹਾਂਜੀ ਰਾਜ ਮਾਨਕ ਜੀ। ਦੇਖੋ ਸਾਥੀਓ, ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਵੀ ਔਖਾ ਸਮਾਂ ਤਾਂਹੀਓ ਲੰਘਦਾ ਆ, ਸਿਆਣੇ ਕਹਿੰਦੇ ਹੁੰਦੇ ਵੀ ਜੇ ਦਿਨ ਉਹ ਨਹੀਂ ਨਾ ਰਹੇ ਜੀ, ਆਹ ਵੀ ਨਹੀਂ ਰਹਿਣੇ। ਸੋ ਜਿਹੜੇ ਵੱਡੇ ਕਲਾਕਾਰ ਆ ਸਾਡੇ, ਜਿੱਦਾਂ ਚਾਂਦ ਜੀ ਦਾ ਰਾਣੇ ਜੀ ਨੇ ਵਿਚਾਰ ਕੀਤੇ ਆ ਜੀ, ਉਹ ਕਹਿੰਦੇ ਵੀ ਤੁਸੀਂ ਤੁਰੇ ਰਹੋ, ਆਪਾਂ ਗਲਤ ਕੰਮ ਕੋਈ ਨਹੀਂ ਕਰਨਾ, ਆਪਾਂ ਸੰਗਤ ਨੂੰ ਜੋੜਨਾ ਆ। ਬਿਲਕੁਲ ਜੀ। ਤੇ ਸੰਗਤ ਉੱਦੇ ਨਹੀਂ ਸਵਾਲ ਕਰਦੀ ਵੀ ਤੁਸੀਂ ਵੀ ਕੋਈ ਨੱਚਣ ਟੱਪਣ ਜਿਹਾ ਰੱਖ ਲਓ, ਕੋਈ ਦੂਜੇ ਰੱਖਦੇ ਵੀ ਸਾਨੂੰ ਕਿਸੇ ਦਾ ਕੋਈ ਮਿਹਣਾ ਨਹੀਂ। ਅਸੀਂ ਕਿਸੇ ਦੇ ਕਰਕੇ ਨਹੀਂ ਰੱਖਿਆ। ਅਸੀਂ ਜ਼ਿਆਦਾਤਰ ਤਾਂ ਸਾਡੇ ਇਹ ਆ, ਸਾਡੀਆਂ ਭੈਣਾਂ ਧੀਆਂ ਭੈਣਾਂ, ਸਾਡੀਆਂ ਆਂਟੀਆਂ, ਸਾਡੀਆਂ ਘਰ ਵਾਲੀਆਂ ਵੀ, ਤਕਰੀਬਨ ਔਰਤਾਂ ਸਾਰੀਆਂ ਜਦੋਂ ਉੱਥੇ ਆਪਣਾ ਇੱਕ ਅੰਦਾਜ਼ ਵਿੱਚ ਮਾੜਾ ਮੋਟਾ ਨੱਚਦੀਆਂ ਟੱਪਦੀਆਂ, ਉਹਨਾਂ ਨੂੰ ਮਸੀਂ ਮੌਕਾ ਮਿਲਦਾ ਹੈ। ਬਿਲਕੁਲ ਬਿਲਕੁਲ। ਹਾਂਜੀ, ਕਿਉਂਕਿ ਉਹ ਪਹਿਲਾਂ ਤੋਂ ਕੰਮ ਦੇ ਹੁੰਦੀਆਂ ਇਹੋ ਜਿਹਾ ਵੀ 2-4 ਘੰਟੇ ਆਉਣੇ ਚਾਹੀਦੇ ਆ, ਜਦੋਂ ਉਹਨਾਂ ਨੂੰ ਆਪਣੀ ਮੌਜ ਮਿਲ ਲਈ ਕਹਿ ਲਓ, ਆਪਸ ਵਿੱਚ ਵਿਚਾਰਾਂ ਕਰਨ ਦਾ। ਉੱਥੇ ਫਿਰ ਥੋੜ੍ਹਾ ਜਿਹਾ ਇਨਾਮ ਵੀ ਰੱਖਿਓ ਆ, ਉਹ ਵੀ ਦੇਣੇ ਸਾਰਿਆਂ ਨੂੰ, ਜੋ ਆਪਾਂ ਟੇਫਲ ਕਰਨੀ ਆ। ਅਤੇ ਉਹਦੇ ਨਾਲ ਇਹ ਹੋਣਾ ਆ ਵੀ ਥੋੜ੍ਹਾ ਜਿਹਾ ਇਸ ਤੰਗੀ ਵਾਲੇ ਟਾਈਮ ਨੂੰ ਅਸੀਂ ਭੁੱਲੀਏ। ਨਹੀਂ ਤਾਂ ਸਾਰੇ ਮੁਲਕਾਂ ਵਿੱਚ ਤੰਗੀ ਆ, ਸਾਡੇ ਮੁਲਕਾਂ ਵਿੱਚ ਬਥੇਰੀ ਤੰਗੀ ਹਜੇ ਉੱਥੇ ਉਹੀ ਹਾਲ ਆ। ਜਦੋਂ ਆਪਾਂ ਇਹੋ ਜਿਹਾ ਇਕੱਠੇ ਹੁੰਦੇ ਆ, ਉਹਦੇ ਵਿੱਚ ਵਿਚਾਰਾਂ ਬੜੀਆਂ ਵਧੀਆ ਨਿਕਲੇ ਹੋਣੀਆਂ, ਉਹਦੇ ਨਾਲ ਕੀ ਹੁੰਦਾ ਫਿਰ ਉਹ ਤੰਗੀ ਭੁੱਲ ਜਾਂਦੀ ਆ। ਆਪਾਂ એનર્ਜੀ ਕਰਕੇ ਇਕੱਠੇ ਹੋ ਕੇ ਦੂਜਿਆਂ ਨੂੰ ਹੋਰ ਵੀ ਮੌਕਾ ਦਿੰਦੇ ਆ। ਇਸ ਮੁਲਕ ਦਾ ਹੋਰ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਦੁਨੀਆ 'ਤੇ ਸਭ ਤੋਂ ਪਹਿਲਾਂ ਦਵਾਈ ਦਿੱਤੀ ਆ, ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੀਦਾ। ਸਾਡੇ ਸਾਥੀ ਰਾਣੇ ਹੁਣੀ ਵਿਚਾਰ ਕਰਦੇ ਹੁੰਦੇ ਆ ਵੀ ਆਪਾਂ NHS ਦਾ ਵੀ ਕਿਤੇ ਧੰਨਵਾਦ ਕਿਸੇ ਤਰੀਕੇ ਕਰੀਏ। ਬਿਲਕੁਲ। ਨਾਲ ਹੀ ਗੁਰਪੁਰਬ ਆ ਜਾਣਾ, ਨਾਲੇ ਫਿਰ ਲੋਹੜੀ ਦਾ ਵੀ ਮੇਰੇ ਖਿਆਲ ਬੁੱਕ ਹੋਈ ਗਈ ਹੋਣੀ ਕਿਸੇ ਨਾ ਕਿਸੇ, ਹੋ ਸਕਦਾ ਇੱਥੇ ਧੂਣਾ ਲਾਇਆ ਜਾਵੇ, ਜੋ ਪਰਮਿਸ਼ਨ ਦੇ ਹਿਸਾਬ ਨਾਲ ਧੂਣਾ ਲਾਵਾਂਗੇ। ਮੇਰੇ ਖਿਆਲ ਲੋਹੜੀਆਂ 2 ਤਾਂ ਹੋਏ ਗਈਆਂ, ਰਾਣੇ ਕੋਲ ਲਿਸਟ ਅਗਲੀ ਆ ਜਾਣੀ ਆ, ਤੇ ਉਹਦੇ ਵਿੱਚ ਅਸੀਂ ਇੱਥੇ ਰੇੜੀਆਂ ਵਗੈਰਾ, ਇਹ ਤਾਂ ਇਕੱਠੇ ਹੋਣ ਦੇ ਪੁਆਇੰਟ ਆ। ਮੈਂ ਭਰਮ ਗਏ, ਉਹ ਚਲੇ ਗਿਆ ਜਿਹੜੀ ਗੰਗਾ ਜਾਣੇ ਸੀਗੇ। ਇਹ ਇੱਕ ਮੀਟਿੰਗ ਪੁਆਇੰਟ ਆ ਸਾਥੀਓ। ਜਿੱਦਾਂ ਲੋਹੜੀ ਆ ਮੁੰਡੇ ਕਰਕੇ ਜ਼ਿਆਦਾ ਹੁੰਦਾ, ਸਾਡੇ ਆਪਣੇ ਦਾ ਫਰਕ ਇਹ ਨਹੀਂ ਮੁੰਡੇ ਕੁੜੀ ਦਾ, ਕੁੜੀ ਹੋਵੇ ਤਾਂ ਲੋਹੜੀ, ਮੁੰਡਾ ਹੋਵੇ ਤਾਂ ਲੋਹੜੀ। ਸੋ ਇਸ ਕਰਕੇ ਅਸੀਂ ਵਿਚਾਰਾਂ ਕਰਦੇ ਹਾਂ ਪਰ ਜਿਹੜੇ ਇਹੋ ਜਿਹੇ ਖੁਸ਼ੀ ਦੇ ਪੁਆਇੰਟ ਵਾ, ਜਿਹੜੇ ਹੱਸਣ ਖੇਡਣ ਦੇ ਪੁਆਇੰਟ ਆ, ਉਹ ਆਪਾਂ ਮਿਸ ਨਹੀਂ ਕਰਨੇ। ਠੀਕ ਹੈ, ਤੰਗੀਆਂ ਬੰਗੀਆਂ ਆਉਂਦੀਆਂ ਰਹਿੰਦੀਆਂ ਅਤੇ ਉਹਦੇ ਲਈ ਆਪਾਂ ਗਾਂਹ ਕੀ ਕਰਨਾ, ਸਾਡੇ ਰਾਣਾ ਜੀ ਅਗਲੇ ਵਿਚਾਰ ਤੋਂ। ਬਿਲਕੁਲ ਮਾਨਕ ਜੀ, ਜਿਵੇਂ ਤੁਸੀਂ ਰਾਈਫਲ ਦੀ ਗੱਲ ਕੀਤੀ, ਉਹਦੇ ਵਿੱਚ ਬਹੁਤ ਵਧੀਆ ਜਿਹੜੀ ਘਰੇਲੂ ਘਰ ਦੇ ਵਿੱਚ ਚੀਜ਼ਾਂ ਵਰਤੀਆਂ ਜਾਂਦੀਆਂ ਹਨ, ਜਿਹਦੀ ਹਰ ਵਕਤ ਲੋੜ ਹੁੰਦੀ ਹੈ, ਜਿਵੇਂ ਕਿ 42 ਇੰਚ ਦਾ TV ਹੈ, ਲੈਪਟਾਪ ਹੈ, ਫਿਰ ਹੂਬਰ ਹੈ, ਡਿਕਸਨ ਦਾ ਜਿਹੜਾ ਸਭ ਤੋਂ ਵਧੀਆ ਕੰਪਨੀ ਹੈ, ਔਰ ਮੈਕਰੋਵੇਵ ਹੈ, ਗ੍ਰਾਈਂਡਰ ਮਸ਼ੀਨ ਹੈ, ਹੋਰ ਵੀ ਬਹੁਤ ਸਾਰੇ ਆਪਾਂ ਪ੍ਰਾਈਜ਼ ਜਿਹੜੇ ਕੱਢਾਂਗੇ। ਇਹ ਰਾਣਾ ਜੀ ਮੈਂ ਪੁੱਛਣਾ ਚਾਹੁੰਦਾ, ਉਸੇ ਵੇਲੇ ਦੇ ਦੇਣਾ ਕਿ ਟਿਕਟਾਂ ਹੋਰ ਲੈਣੀਆਂ ਪਊਗੀਆਂ? ਨਹੀਂ ਜੀ, ਇਹ ਜਿਹੜੀਆਂ ਆਪਾਂ ਉੱਥੇ ਪ੍ਰੋਗਰਾਮ ਦੇ ਵਿੱਚ ਇਹ ਛੋਟੀ ਜਿਹੀ ਪ੍ਰਾਈਸ ਹੁੰਦੀ, ਤੇ ਪੌਂਡ ਦੀ ਟਿਕਟ ਹੁੰਦੀ ਹੈ ਸਿਰਫ। ਆਪਾਂ ਜਦੋਂ ਉਹ ਡਿਸਟ੍ਰੀਬਿਊਟ ਕਰ ਦੇਣੀ ਆ, ਇਹ ਤਾਂ ਲੱਕ ਹੈ, ਦੇਖੋ ਕਿਹਨੂੰ ਨਿਕਲਦਾ ਨਾ। ਤੇ ਇੱਕ ਲਾਈਵ ਕਾਲ ਵੱਲ ਚੱਲਦੇ ਹਾਂ। ਹੈਲੋ ਜੀ, ਹੈਲੋ
ਧੰਨ ਗੁਰਦੇਵ ਜੀ ਚਾਂਦ ਸਾਹਿਬ। ਹਾਂਜੀ ਬਹੁਤ ਬਹੁਤ ਆਪ ਜੀ ਦਾ ਪ੍ਰੋਗਰਾਮ ਸੁੰਦਰ ਚੱਲ ਰਿਹਾ ਹੈਗਾ ਆ। ਥੈਂਕ ਯੂ ਵੈਰੀ ਮਚ ਜੀ। ਉਹ ਮੈਂ ਸ਼ੁਰੂ ਵਿੱਚ ਮੈਂ ਦੋ ਲਾਈਨਾਂ ਕਹਿ ਦੇਣਾ ਹਾਂਜੀ 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 ਉਹ ਲਾਈਨਾਂ ਇਸ ਤਰ੍ਹਾਂ ਹਨ। ਕਭੀ ਤੇਰਾ ਦਾਮਨਾ ਕੀ ਬਾਤ ਹੈ। छोड़ेंगे हम हाय कभी तेरा दामना छोड़ेंगे हम चाहे जमाना करे लाखों सितम हाय चाहे जमाना करे लाखों सितम कभी तेरा दामना छोड़ेंगे हम एक तस्वीर कभी तेरा क्या बात। दामना छोड़ेंगे हम। ਵੈਲ ਡਨ ਉਸ ਤੋਂ ਬਾਅਦ ਹਾਂਜੀ ਜੀ ਜਿੰਨੇ ਵੀ ਸਾਡੇ ਭੈਣ ਭਰਾ ਏਕਤਾ ਟੀਵੀ ਨੂੰ ਦੇਖ ਰਹੇ ਹਨ ਜੀ ਉਹਨਾਂ ਨੂੰ ਮੇਰੀ ਰਿਕੁਐਸਟ ਹੈ, ਗੁਜ਼ਾਰਿਸ਼ ਹੈ ਕਿ ਪਹਿਲੀ ਤਰੀਕ ਨੂੰ ਜੀ ਯਾਨੀ ਕਿ ਅਗਲੇ ਸਾਲ ਹਾਂਜੀ ਜੀ, ਹਾਂਜੀ ਜੀ। ਸਾਲ ਕਰਨਾ ਹੈ। ਜੀ ਏਕਤਾ ਟੀਵੀ ਇੱਕ ਬਹੁਤ ਵੱਡਾ ਪ੍ਰੋਗਰਾਮ ਲੈ ਕੇ ਆ ਰਿਹਾ ਹੈ, ਹਾਂਜੀ ਡਿਨਰ ਐਂਡ ਡਾਂਸ। ਜੀ ਉਹਦੇ ਵਿੱਚ ਬਹੁਤ ਅੱਛੇ ਕਲਾਕਾਰ। ਸਭ ਤੋਂ ਪਹਿਲਾਂ ਮੈਂ, ਕਿਉਂਕਿ ਮੈਨੂੰ ਹੋਰ ਕਿਸੇ ਬਾਰੇ ਨਹੀਂ ਪਤਾ, ਮੈਨੂੰ ਤਾਂ ਰਾਣਾ ਜੀ ਬਾਰੇ ਪਤਾ, ਤਾਂ ਮਾਨ ਜੀ ਬਾਰੇ ਪਤਾ। ਥੈਂਕ ਯੂ ਜੀ, ਬਹੁਤ ਥੈਂਕ ਯੂ। ਇਹ ਸਭ ਤੋਂ ਬੈਸਟ ਕਲਾਕਾਰ ਹਨ। ਹਾਂਜੀ ਜੀ ਠੀਕ ਹੈ ਨਾ, ਇਹ ਵੀ ਕੁਝ ਸੁਣਾਉਣਗੇ, ਕੁਛ ਨਾ ਕੁਛ ਬਾਕੀ ਮੈਂ ਵੀ ਉੱਥੇ ਆਵਾਂਗਾ। ਹਾਂਜੀ ਜੀ ਤਾਂ ਅਗਰ ਪ੍ਰਮਾਤਮਾ ਨੇ ਚਾਹਿਆ ਹਾਂਜੀ ਤੇ ਸਾਥੀਓ ਆਪਣੇ ਟੇਬਲ ਬੁੱਕ ਕਰ ਲਓ। ਜੀ ਤੇ ਬਾਕੀ ਮੈਂ ਏਕਤਾ ਟੀਵੀ ਨੂੰ ਕਿਹਾ ਸੀਗਾ ਕਿ ਹੁਣ ਨਹੀਂ, ਪਿੱਛੇ ਵੀ ਅੱਗੇ ਵੀ ਇਹੋ ਜਿਹੇ ਪ੍ਰੋਗਰਾਮਾਂ ਆਪਾਂ ਕਰਦੇ ਰਹਿਣਾ। ਜੀ ਬਾਕੀ ਪੈਸਾ ਕਹਿੰਦੇ ਹੁੰਦੇ ਆ ਨਾ, ਹੱਥਾਂ ਦੀ ਮੈਲ ਹੁੰਦੀ ਆ। ਬਿਲਕੁਲ ਜੀ ਹਾਂਜੀ, ਬਿਲਕੁਲ। ਔਰ ਦੂਜਾ ਬੰਦਾ ਕਹਿੰਦਾ ਹੱਥਾਂ ਦੀ ਮੈਲ ਮੇਰੇ ਨੂੰ ਕਰ ਦਿਓ। ਜੀ 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 ਮੈਂ ਤਾਂ ਆਪਣੇ ਹੱਥਾਂ ਦੀ ਮੈਲ ਸਾਰੀ ਏਕਤਾ ਟੀਵੀ ਨੂੰ ਕਰਦੀ ਆ। ਹਾਂਜੀ ਵੈਰੀ ਗੁੱਡ। ਵੈਰੀ ਗੁੱਡ, ਵੈਲ ਡਨ। ਤੇ ਆਪਣਾ ਥੈਂਕ ਯੂ ਵੈਰੀ ਮਚ ਚਾਂਦ ਸਾਹਿਬ। ਬਹੁਤ ਵਧੀਆ ਉਸ ਮਾਲਕ ਨੇ ਤੁਹਾਨੂੰ ਜਿਹੜੀ ਬਲ ਬਖਸ਼ਿਆ, ਆਵਾਜ਼ ਦਿੱਤੀ ਹੈ। ਰਫੀ ਦਾ ਖਿਤਾਬ ਐਵੇਂ ਨਹੀਂ ਮਿਲ ਗਿਆ, ਔਰ ਕੁਛ ਉਹ ਗੱਲ ਸੀਗੀ ਜਿਹਦੇ ਕਰਕੇ ਇਹ ਇੰਨਾ ਕੁਛ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਹੈ। ਕਿਉਂਕਿ ਇਹਨਾਂ ਨੇ ਇੱਕ ਇਹੋ ਜਿਹੀ ਸਾਨੂੰ ਹੱਲਾਸ਼ੇਰੀ ਦਿੱਤੀ ਜਿਹਦੇ ਨਾਲ ਸਾਡੇ ਹੌਸਲੇ ਬੁਲੰਦ ਹਨ। ਔਰ ਇਹ ਇਸ ਤਰ੍ਹਾਂ ਦੀਆਂ ਰੂਹਾਂ ਵੀ ਬਹੁਤ ਘੱਟ ਹੁੰਦੀਆਂ ਹਨ, ਪਰ ਇਹ ਜਿਹੜਾ ਕੰਮ ਹੈ ਇਹ ਏਕਤਾ ਟੀਵੀ ਤਦੇ ਹੀ ਉਪਰਾਲਾ ਕਰ ਰਿਹਾ ਹੈ ਕਿ ਆਪਾਂ ਦੂਰੀਆਂ ਨੂੰ ਨਜ਼ਦੀਕਾਂ 'ਚ ਕਿਸ ਤਰ੍ਹਾਂ ਬਦਲਣਾ ਹੈ। ਔਰ ਸਾਡੇ ਤੋਂ ਬਹੁਤ ਵਧੀਆ ਇਹ ਸੀਨੀਅਰ ਹਨ, ਔਰ ਜੋ ਵੀ ਐਡਵਾਈਸ ਦਿੰਦੇ ਹਨ ਅਸੀਂ ਉਹ ਸਿਰ ਮੱਥੇ, ਕਿਉਂਕਿ ਜਦੋਂ ਕੋਈ ਸਿਆਣਾ ਬੰਦਾ ਇੱਕ ਨੇ ਕਹੀ ਦੂਜੇ ਨੇ ਮੰਨੀ ਤਾਂ ਫਿਰ ਤਾਂ ਸਾਰੇ ਬ੍ਰਹਮ ਗਿਆਨੀ। ਇਸ ਕਰਕੇ ਆਪਾਂ ਸਾਰਿਆਂ ਨੇ ਰਲ ਕੇ ਜ਼ੋਰ ਲਾਉਣਾ ਹੈ। ਔਰ ਨਾਲ ਅਰਦਾਸ ਬੇਨਤੀ ਕਰਦੇ ਕਿ ਅੱਜ ਜੋ ਬਾਲ ਦਿਸ ਬੱਚਿਆਂ ਦਾ ਦਿਨ ਹੈ, ਕਿਉਂਕਿ ਜਿਹਨੇ ਘਰ ਤਾਂ ਅੱਜ ਮਾਲਕ ਨੇ ਖੁਸ਼ੀਆਂ ਬਖਸ਼ੀਆਂ ਹਨ, ਉਹ ਤਾਂ ਅੱਜ ਆਪਣੀਆਂ ਪੂਰਾ ਇੰਜੋਏ ਕਰ ਰਹੇ ਹਨ। ਔਰ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਮਾਂ-ਬਾਪ ਦੀ ਸੇਵਾ ਕਰਨ, ਕਿਉਂਕਿ ਜਦੋਂ ਬਚਪਨ ਦੇ ਵਿੱਚ ਮਾਂ-ਬਾਪ ਬੱਚੇ ਨੂੰ ਪਾਲਦਾ ਹੈ, ਉਹ ਮਾਂ-ਬਾਪ ਨੂੰ ਹੀ ਪਤਾ ਹੁੰਦਾ ਹੈ ਕਿ ਉਹਨਾਂ ਦਾ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਕੇ ਬਰੋਬਰ ਦਾ ਕਰਦੇ ਹਨ। ਲੇਕਿਨ ਬਾਅਦ ਵਿੱਚ ਬੱਚੇ ਦਾ ਵੀ ਫਰਜ਼ ਬਣਦਾ ਹੈ ਕਿ ਜਦੋਂ ਉਹ ਹੁਸ਼ਿਆਰ ਹੋ ਕੇ ਮਾਂ ਪਿਓ ਦੇ ਬਰੋਬਰ ਹੋ ਜਾਂਦਾ ਹੈ ਤਾਂ ਫਿਰ ਉਹ ਵੀ ਆਪਣੇ ਮਾਂ-ਬਾਪ ਨੂੰ ਥੋੜਾ ਸੁੱਖ ਦਵੇ। ਕਿਉਂਕਿ ਜਿਵੇਂ ਕਿ ਸਾਡੇ ਕੰਗ ਜੀ ਨੇ ਗਾਣਾ ਗਾਇਆ ਸੀ ਕਿ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਵੇ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹਨ ਲੱਖੀ ਨਾ ਹਜ਼ਾਰੀ। ਔਰ ਬਹੁਤ ਸਾਰੇ ਪਰਿਵਾਰ ਇਸ ਤਰ੍ਹਾਂ ਦੇ ਵੀ ਹਨ ਕਿ ਜਿਨ੍ਹਾਂ ਦੀ ਝੋਲੀ ਮਾਲਕ ਖੈਰ ਹੀ ਨਹੀਂ ਪਾਉਂਦਾ, ਲੇਕਿਨ ਉਹ ਵੀ ਇਨਸਾਨ ਹਨ। ਲੇਕਿਨ ਮੈਂ ਤਾਂ ਇਹੋ ਹੀ ਉਸ ਗੁਰੂਆਂ ਦੇ ਗੁਰੂ ਸਤਿਗੁਰੂ ਜੀ ਮਹਾਰਾਜ ਦੇ ਅੱਗੇ ਫਰਿਆਦ ਬੇਨਤੀ ਅਰਜ਼ੋਈ ਅਰਦਾਸ ਕਰਦਾ ਹਾਂ ਕਿ ਹਰੇਕ ਦੀਆਂ ਹੀ ਖੁਸ਼ੀਆਂ ਦੇ ਨਾਲ ਝੋਲੀਆਂ ਭਰਦੇ, ਤਾਂ ਕਿ ਤੰਦਰੁਸਤੀ ਰਹੇਗੀ ਤਾਂ ਸਾਰਾ ਕੁਝ ਹੀ ਹੈ। ਔਰ ਮਾਲਕ ਨੇ ਜੋ ਦਿਨ ਦਿੱਤੇ ਹਨ, ਜੋ ਵਕਤ ਮਿਲਦਾ ਹੈ, ਉਹ ਵਧੀਆ ਤਰੀਕੇ ਨਾਲ ਬਤੀਤ ਕਰੋ। ਹਾਂਜੀ ਰਾਜ ਮਾਨਕ ਜੀ। ਇਹ ਰਾਣਾ ਸਾਹਿਬ ਭਾਜੀ ਚਾਂਦ ਜੀ ਦਾ ਰੰਗ ਬੰਨ੍ਹ ਦਿੱਤਾ ਜੀ ਜੀ ਬਹੁਤ ਬਹੁਤ ਸੋਹਣਾ ਜੋੜ ਮੇਲੇ ਵਾਲੀ ਉਹਨਾਂ ਨੇ ਬਿਲਕੁਲ ਰਫੀ ਸਾਹਿਬ ਨੂੰ ਪੇਸ਼ ਕਰ ਗਿਆ। ਜੀ ਕਿਉਂਕਿ ਰਫੀ ਸਾਹਿਬ ਤਾਂ ਦੁਨੀਆ ਤੋਂ ਆਪਣੀ ਜ਼ਿੰਦਗੀ ਬਾਅਦ ਰੁਖਸਤ ਹੋ ਗਏ, ਜੀ ਜੀ ਪਰ ਸਾਡੇ ਚਾਂਦ ਸਾਹਿਬ ਨਹੀਂ ਜਾਣਦੇ ਉਹਨਾਂ ਕਿਸੇ ਵੀ। ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਰੰਗ ਤੁਸੀਂ ਪੇਸ਼ ਕੀਤੀ ਆ, ਜਿਹਦੇ ਨਾਲ ਇੱਕ ਲੇਡੀਜ਼ ਵਾਲੀਆਂ ਗੱਲਾਂ ਬਾਤਾਂ ਜਿੱਤੇ ਆ ਗਈਆਂ, ਜਿਹੜੀਆਂ ਸਾਨੂੰ ਉਰੇ ਪਰੇ ਤਕਰੀਬਨ ਪੈਣਾ ਬਚਾ ਦਿੰਦੀਆਂ ਰਹਿੰਦੀਆਂ ਜੀ ਕਿ ਅਸੀਂ ਟੇਬਲ ਤਾਂ ਬੁੱਕ ਕਰ ਲਵਾਂਗੀਆਂ, ਜੀ ਜੀ
ਫਿਰ ਕਹਿੰਦੇ ਜਦੋਂ ਮੂਵੀ ਬਣਨੀ ਤੁਸੀਂ ਦਿਖਾ ਲੂਗੇ ਇੱਥੇ, ਇਹਦੇ ਬਾਰੇ ਕੀ ਕਹੋਗੇ? ਰਾਜ ਮਾਨਕ ਜੀ ਦੇਖੋ, ਸਾਡਾ ਇਹ ਪੂਰਾ ਤਨ ਮਨ ਧਨ ਲਾ ਕੇ ਅਸੀਂ ਹਾਂਜੀ ਇਹ ਉਪਰਾਲਾ ਕਰਨਾ ਹੈ ਕਿ ਅਸੀਂ ਇਹ ਨਹੀਂ ਕਿ ਆਪਣੀ ਇਹ ਫੋਟੋ ਦਿਖਾਈ ਜਾਣੀ, ਨਾ ਸਾਡੇ ਵਿੱਚ ਕਿਸੇ ਵੀ ਏਕਤਾ ਟੀਵੀ ਦੇ ਮੈਂਬਰ ਦੇ ਮਨ ਦੇ ਵਿੱਚ ਜਾਂ ਇਦਾਂ ਦੀ ਖੁਆਇਸ਼ ਹੈ ਕਿ ਦੂਜੇ ਨੂੰ ਕੋਣੀ ਮਾਰ ਕੇ ਪਰੇ ਕਰੀ ਜਾਣਾ, ਆਪਣੀ ਫੋਟੋ ਫਰੰਟ ਤੇ ਲੈ ਆਉਣੀ। ਉਹ ਡਰ ਗਈ ਸੰਗਤ ਕਿਤੇ ਉਹਨਾਂ ਨਾਲ ਇਦਾਂ ਹੋਇਆ ਨਹੀਂ, ਲੇਕਿਨ ਅਸੀਂ ਦੇਖੋ ਇਹ ਤਾਂ ਮਾਨਕ ਜੀ ਕਿਉਂਕਿ ਸਾਰਿਆਂ ਨੂੰ ਹੀ ਪਤਾ ਹੈ, ਕਈਆਂ ਨੂੰ ਆਦਤ ਹੁੰਦੀ ਹੈ ਕਿ ਐਵੇਂ ਉਹ ਪੰਜਾਬੀ 'ਚ ਇੱਕ ਕਹਾਵਤ ਹੈਗੀ ਕਿ ਗਧੇ ਦੇ ਉੱਤੇ ਭਾਰ ਜ਼ਿਆਦਾ ਲੱਦ ਦਿਓ ਨਾ, ਉਹਨੇ ਦੂਜੇ ਦੇ ਐਵੇਂ ਹੀ ਖਹਿ ਕੇ ਲੰਘੀ ਜਾਣਾ। ਕਿਉਂਕਿ ਸਾਨੂੰ ਤੁਹਾਡਾ ਸਾਥ ਸਹਿਯੋਗ ਚਾਹੀਦਾ ਹੈ, ਔਰ ਨਾਲ ਤੁਹਾਡੇ ਨਾਲ ਇਹ ਵਾਅਦਾ ਕਰਦੇ ਹਾਂ ਕਿ ਬਹੁਤ ਜਲਦ ਅਸੀਂ ਇਹਨੂੰ 2 ਤੋਂ 3 ਦਿਨ ਵੀ ਕਰਨ ਦਾ ਵਿਚਾਰ ਕਰ ਰਹੇ ਹਾਂ। ਲੇਕਿਨ ਆ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਹੈ, ਅਗਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਨੂੰ ਪੂਰਾ ਸਾਥ ਸਹਿਯੋਗ, ਤੁਹਾਡਾ ਆਸ਼ੀਰਵਾਦ ਪ੍ਰਾਪਤ ਹੋ ਗਿਆ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਇਹਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਚੱਲਾਂਗੇ। ਹਾਂਜੀ ਰਾਜ ਮਾਨਕ ਜੀ। ਸਾਥੀਓ, ਤੁਸੀਂ ਜੋ ਦੇਖਦੇ ਆ, ਜਿਸ ਤਰ੍ਹਾਂ ਆਮ ਇੱਕ ਕਹਾਵਤ ਹੁੰਦੀ, ਜੋ ਦਿਖਤਾ ਹੈ ਉਹ ਹੀ ਵਿਕਤਾ ਹੈ ਜੀ। ਸਾਡੇ ਤਕਰੀਬਨ ਕੋਈ ਕਮੀ ਕਿਤੇ ਦੇਖੀ ਸੀ, ਕਿਸੇ ਦੀ ਸੇਵਾ ਨੂੰ ਸੇਵਾ ਨਹੀਂ ਮੰਨਿਆ ਜਾ ਰਿਹਾ ਸੀਗਾ, ਕਾਫੀ ਕੁਝ ਹੋਇਆ, ਅਸੀਂ ਸਾਰਾ ਕੁਝ ਛੱਡ ਕੇ ਕੁਝ ਕਰ ਗੁਜ਼ਰਨ ਦੀ ਕੋਸ਼ਿਸ਼ ਕੀਤੀ ਆ ਜੀ। ਇਹ ਨਹੀਂ ਸੀ ਪਤਾ ਕਿ ਵਿੱਚ ਜਿਹੜਾ ਅੜੰਗਾ ਅੜਨਾ ਆ ਕੋਵਿਡ ਵਾਲਾ, ਉਹਦਾ ਕਿਸੇ ਨੂੰ ਨਹੀਂ ਪਤਾ ਜੀ ਜੀ ਜੀ। ਜਿਹਦੇ ਕਰਕੇ ਅਸੀਂ ਲੇਟ ਜ਼ਰੂਰ ਹੋਏ ਆ, ਕੁਝ ਕਮੀਆਂ ਰਹਿ ਜਾਂਦੀਆਂ ਜੀ, ਪਰ ਫਿਰ ਵੀ ਅਸੀਂ ਬਾਰੇ ਨਹਿਰੇ ਜਾਈਏ ਉਹਨਾਂ ਸਾਥੀਆਂ ਦੇ, ਜਿਸ ਤਰ੍ਹਾਂ ਹੁਣ ਸਾਡੇ ਵੀਰ ਨੇ ਫੋਨ ਕੀਤਾ ਸੀਗਾ, ਬਾਰੇ ਨਹਿਰੇ ਉਹਨਾਂ ਦੇ ਜਾਈਏ ਜਿਨ੍ਹਾਂ ਨੇ ਸਾਨੂੰ ਪਿੱਛੇ ਡਿੱਗਣ ਨਹੀਂ ਦਿੱਤਾ। ਜੀ ਜੀ ਜੀ। ਨਹੀਂ ਤਾਂ ਮੀਡੀਆ ਚਲਾਉਣਾ ਖਾਲਾ ਜੀ ਦਾ ਵਾਲਾ ਨਹੀਂ। ਜੇ ਕਹਿੰਦੇ ਉਹਦੇ ਵੱਡੇ ਵੱਡੇ ਰੋਣ ਤੇ ਛੋਟੇ ਕਿਉਂ ਇੱਕ ਥਾਂ ਖਲੋਣ, ਅੱਜ ਕੱਲ੍ਹ ਬੇਇੱਜ਼ਤੀ ਕਰਾ ਕੇ ਕੋਈ ਰਾਜੀ ਨਹੀਂ। ਅਸੀਂ ਸੰਗਤਾਂ ਨੂੰ, ਸਾਥੀਆਂ ਨੂੰ, ਵੀਰਾਂ ਭੈਣਾਂ ਭਰਾਵਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਦੋਂ ਆਪਾਂ ਇਕੱਠੇ ਇੱਦਾਂ ਹੋਣਾ, ਅਗਲੇ ਪਿਛਲੇ ਸ਼ਿਕਵੇ ਸਾਰੇ ਭੁਲਾ ਕੇ, ਕਈ ਵਾਰੀ ਕੁਝ ਬੰਦੇ ਹੁੰਦੇ ਅੱਗ ਲੱਗੀ ਤੇ ਡੱਬੂ ਨਿਆਈਆਂ, ਉਹ ਦਿਨ ਹੁਣ ਲੰਘ, ਕਿਉਂਕਿ ਹਰ ਬੰਦਾ ਆਪਣੇ ਪੈਰੀਂ ਆ। ਇਹ ਨਹੀਂ ਮੈਂ ਕਹਾਂ ਵੀ ਕਿ ਜੇ ਰਾਣੇ ਨੇ ਗਾਣਾ ਗਾਉਣਾ ਤੇ ਰਾਣੇ ਨੂੰ ਸੁਣ ਲਾਉਣਾ ਲੋਕਾਂ ਨੇ, ਜੇ ਮੈਂ ਕੋਈ ਗੀਤ ਗਾਉਣਾ ਲੋਕਾਂ ਨੇ ਮੈਨੂੰ ਹੀ ਸੁਣ ਲਾਉਣਾ। ਸਾਥੀਓ, ਹਰ ਬੰਦੇ ਦੇ ਕੋਲ ਕੋਈ ਨਾ ਕੋਈ ਬਾਜ਼ਾਰ ਕੰਮ ਆਉਣ ਵਾਲਾ ਹੁੰਦਾ ਹੈ, ਜਿਹਦੀ ਹਰ ਵੇਲੇ ਜੇ ਸਾਡੇ ਮੁਲਕ ਵਿੱਚ ਲੋੜ ਹੈ ਤਾਂ ਇੱਥੇ ਵੀ ਲੋੜ ਆ। ਅਸੀਂ ਆਪਣੀ ਕੌਮ ਦਾ ਕੋਈ ਨਾ ਕੋਈ ਸੁਝਾਅ, ਕੋਈ ਨਾ ਕੋਈ ਵਿਚਾਰ, ਕਿਉਂਕਿ ਜਾਤ ਪਾਤ ਤਾਂ ਖਤਮ ਹੋ ਚੁੱਕੀ ਆ। ਜੀ ਜੀ। ਆ ਜਿਹੜਾ ਚੱਲਦਾ ਕਿਸਾਨਾਂ ਵਾਲਾ, ਉਹਨੇ ਜਾਤ ਪਾਤ ਖਤਮ ਕਰ ਦਿੱਤੀ ਆ। ਉੱਥੇ ਇੱਕ ਏਕਤਾ ਹੋਈ ਆ, ਉਹਨਾਂ ਲੋਕਾਂ ਨੂੰ ਆਪਣਾ ਡਰ ਪੈ ਗਿਆ। ਜਦੋਂ ਅਸੀਂ ਇਹੋ ਜਿਹੇ ਇਕੱਠ ਦੇ ਪ੍ਰੋਗਰਾਮ ਕਰਦੇ ਹਾਂ, ਇਹ ਇਕੱਠ ਵਾ, ਉੱਥੇ ਲਿਖਿਆ ਨਹੀਂ ਵੀ ਮੇਰੇ ਮੂੰਹ ਤੇ ਨਹੀਂ ਲਿਖਿਆ ਵੀ ਉੱਥੇ ਰਵਿਦਾਸ ਮਹਾਰਾਜ ਦੇ ਸ਼ਰਧਾਲੂਆਂ ਨੇ ਆਉਣਾ, ਗੁਰੂ ਮਹਾਰਾਜ ਦੇ ਸ਼ਰਧਾਲੂਆਂ ਨੇ ਆਉਣਾ। ਉੱਥੇ ਦੂਜੇ ਲੋਕ ਵੀ ਇਹ ਗੱਲ ਨੂੰ ਚੰਗਾ ਸਮਝਦੇ ਆ। ਹੋਰ ਮੀਡੀਆ ਤੇ ਕੰਮ ਕਰਨ ਵਾਲੇ, ਹੋਰ ਮੀਡੀਆ ਨਾਲ ਜੁੜੇ ਜਿਹੜੇ ਲੋਕੀ ਪੈਸੇ ਦਿੰਦੇ ਆ, ਉਹ ਮਾਲਕ ਜਾਣੀ ਇਹ ਗੱਲ ਕਹਿ ਜ਼ਰੂਰ ਦਿੰਦੇ ਆ ਕਿ ਯਾਰ ਫਲਾਣੇ ਵੀਡੀਓ ਨਾਲ ਤਾਂ ਤੁਸੀਂ ਚੰਗੇ ਆ। ਜਿੰਨੀ ਕੀ ਗੱਲਬਾਤ ਕਰਦੇ ਆ, ਜਿਹੜੀ ਰੋਜ਼ ਕੌਮ 'ਚ ਵਿਚਰਦੀ ਆ, ਉਹੀ ਤਾਂ ਕਰਦੇ ਆ। ਰਾਣਾ ਜੀ, ਬਿਲਕੁਲ ਆਪਾਂ ਹਰ ਇੱਕ ਨੂੰ ਮੌਕਾ ਦਿੰਦੇ ਆ, ਕਿਤੇ ਲੋਕ ਤਾਂ ਲੇਟ ਹੋ ਜਾਂਦੇ। ਬਿਲਕੁਲ ਬਿਲਕੁਲ। ਰਾਜ ਮਾਨਕ ਜੀ, ਨਾਲ ਇੱਕ ਹੋਰ ਜਿਹੜੀ ਬਹੁਤ ਜ਼ਰੂਰੀ ਸੂਚਨਾ ਹੈ, ਸਾਡਾ ਏਸ਼ੀਆ ਦਾ ਨੰਬਰ 1 ਰੇਡੀਓ ਜਿਹੜਾ ਗੁਲਸ਼ਨ ਰੇਡੀਓ, ਗੁਲਸ਼ਨ ਢਿੰਗਰਾ ਜੀ ਨੇ ਮੇਰੇ ਨਾਲ ਵਿਚਾਰ ਕੀਤੇ, ਕਿਉਂਕਿ ਉਹਨਾਂ ਨੇ ਵੀ ਇੱਕ ਬਹੁਤ ਵਧੀਆ ਡਿਨਰ ਐਂਡ ਡਾਂਸ ਪ੍ਰੋਗਰਾਮ ਰੱਖਿਆ ਹੈ, ਜਿਹਦੇ ਵਿੱਚ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਕਮਲ ਖਾਨ ਜੀ, ਪੰਜਾਬੀ ਬਾਲੀਵੁੱਡ ਸਿੰਗਰ ਜਿਹੜੇ ਆ ਰਹੇ ਹਨ। ਪਹਿਲੀ ਵਾਰ ਉਹਨਾਂ ਨੇ ਇੰਗਲੈਂਡ 'ਚ ਆਉਣਾ ਹੈ। ਔਰ ਦਾਸ ਇਸ ਪ੍ਰੋਗਰਾਮ ਲਈ ਵੀ ਬੇਨਤੀ ਕਰਦਾ ਕਿ 4 ਦਸੰਬਰ ਨੂੰ ਵੀ ਆਪਾਂ ਨੂੰ, ਕਿਉਂਕਿ ਉਹ ਗੁਲਸ਼ਨ ਰੇਡੀਓ ਜਿੱਥੇ ਆਪਾਂ ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਰੋਜ਼ ਹੀ ਕੀਰਤਨ, ਬਾਣੀ, ਸਾਰਾ ਕੁਝ ਹੀ ਸੁਣਦੇ ਹਾਂ। ਔਰ ਆਪਣਾ ਫਰਜ਼ ਬਣਦਾ ਹੈ ਕਿ ਜੋ ਵੀ ਆਪਣੀ ਕੌਮ ਦੇ ਲਈ ਉਪਲਬਧੀਆਂ ਚੱਕਦਾ ਹੈ ਜਾਂ ਕਰਦਾ ਹੈ, ਤੇ ਸਾਨੂੰ ਜ਼ਰੂਰ ਸਾਥ ਸਹਿਯੋਗ ਦੇਣਾ ਚਾਹੀਦਾ ਹੈ। ਔਰ 4 ਦਸੰਬਰ ਬਹੁਤ ਜਲਦ ਆ ਰਹੀ ਹੈ। ਬਹੁਤ ਸਾਰੀਆਂ ਟਿਕਟਾਂ ਸੋਲਡ ਉਹਦੀਆਂ ਵੀ ਹੋ ਚੁੱਕੀਆਂ ਹਨ, ਕਿਉਂਕਿ ਢਿੰਗਰਾ ਜੀ ਇੱਕ ਬਹੁਤ ਵਧੀਆ ਇਨਸਾਨ ਹਨ। ਉਹਨਾਂ ਨੇ ਜਦੋਂ ਇੱਕੋ ਹੀ ਗੱਲ ਕਹੀ, ਏਕਤਾ ਟੀਵੀ ਵੀ ਨੇ ਵੀ ਆਪਣਾ ਉੱਤੇ ਇੱਕ ਟੇਬਲ ਬੁੱਕ ਕੀਤਾ ਹੈ। ਜਦੋਂ ਆਪਾਂ ਇੱਕ ਦੂਸਰੇ ਨਾਲ ਮੀਡੀਆ ਰਲ ਕੇ ਸਾਥ ਸਹਿਯੋਗ ਦੇਵਾਂਗੇ, ਮੀਡੀਆ ਕੋਈ ਛੋਟਾ ਕੋਈ ਵੱਡਾ ਨਹੀਂ ਹੁੰਦਾ, ਜਦੋਂ ਇੱਕ ਪਹਿਲ ਕਰਨੀ ਪੈਂਦੀ ਹੈ, ਅਗਰ ਆਪਾਂ ਕੋਸ਼ਿਸ਼ ਕਰੀਏ ਤੇ ਸਾਰੇ ਕੰਮ ਹੋ ਸਕਦੇ ਹਨ। ਇਸ ਕਰਕੇ ਉਸ ਦਿਨ ਨੂੰ ਵੀ ਜ਼ਰੂਰ ਹੁੰਮ ਹਮਾ ਕੇ ਪਹੁੰਚੋ। ਔਰ ਜੋ ਅਸੀਂ ਆਪਣਾ ਪ੍ਰੋਗਰਾਮ ਰੱਖਿਆ ਹੈ 1 ਤਰੀਕੇ ਦਾ, ਉਹਦੇ ਵਿੱਚ ਜਿਹੜਾ ਸਾਡਾ ਤੇਗਰਾਜ ਜੀ 19 ਵਾਲੇ ਤੇਗਰਾਜ ਜੀ ਜੱਸਲ, ਉਹ ਫੂਡ ਲੈ ਕੇ ਆ ਰਹੇ ਹਨ। ਔਰ ਉਹਨਾਂ ਨੇ ਜਿਹੜੀ ਸਾਨੂੰ
ਇੱਕ ਤਾਂ ਹੁੰਦਾ ਕਿ ਬੰਦਾ ਜਾਂਦੇ ਪੈਸੇ ਦੀ ਡਿਮਾਂਡ ਰੱਖਦਾ ਹੈ, ਪਰ ਜਿਹੜੀ ਪਿਆਰ ਦੀ ਝਲਕ ਉਹ ਕੋਈ ਦਿਖਾ ਸਕਦਾ ਹੈ। ਉਹਨਾਂ ਨੇ ਇੱਕੋ ਗੱਲ ਹੀ ਕਹਿਤੀ ਕਿ ਤੁਸੀਂ ਜਾਓ, ਜਾ ਕੇ ਆਪਣਾ ਅਰੇਂਜ ਕਰੋ, ਜੇ ਕਿਸੇ ਚੀਜ਼ ਦੀ ਕੋਈ ਕੰਪਲੇਂਟ ਹੋਵੇ ਉਹਦੀ ਜ਼ਿੰਮੇਵਾਰੀ ਮੇਰੀ ਹੈ। ਇਹ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ। ਹਾਂਜੀ ਬਿਲਕੁਲ ਸਾਥੀਓ, ਜਿਹੜਾ ਕੌਮ ਦੇ ਨਾਲ ਚੱਲਦਾ ਤੇ ਕੌਮ ਨੂੰ ਵੀ ਇੱਕ ਫਿਕਰ ਪੈ ਜਾਂਦਾ ਜੀ ਭਈ ਉਹ ਬੰਦੇ ਨਾਲ ਆਪਾਂ ਜੇ ਮਿਲਵਰਤੋਂ ਇੱਦਾਂ ਹੀ ਰੱਖਾਂਗੇ ਜੀ ਤਾਂ ਘਰ ਦੀ ਇਹ ਸਟੋਰੀ ਬਣ ਜਾਂਦੀ ਹੈ। ਬਿਲਕੁਲ ਇੱਥੇ ਜਿਹੜੀਆਂ ਆਪਾਂ ਵਿਚਾਰਾਂ ਕਰਨੀਆਂ ਉਹ ਘਰ ਦੀਆਂ ਸਟੋਰੀਆਂ ਹੀ ਆ, ਘਰ ਦੇ ਹਾਲਾਤ ਹੀ ਆ। ਜੇ ਮੈਂ ਇਕੱਲਾ ਕਹੀ ਜਾਵਾਂ ਮੇਰੇ ਵਿਚਾਰ ਤੁਹਾਨੂੰ ਰਾਣੇ ਦੇ ਰਹਿਣ ਦਿਓ, ਉਹ ਨਹੀਂ ਗੱਲ ਬਣਦੀ ਜੀ। ਕਿਤੇ ਇਹੋ ਜਿਹਾ ਗੁੱਸਾ, ਇਹੋ ਜਿਹੀ ਤੀਖਣ ਬੁੱਧੀ ਜਦੋਂ ਸਪਰੈਡ ਹੋਈ ਰਹਿੰਦੀ ਆ, ਫਿਰ ਉੱਤੇ ਬੈਠਣੇ ਨੂੰ ਜੀ ਨਹੀਂ ਕਰਦਾ। ਫਿਰ ਉੱਤੇ ਇਹ ਹੋ ਜਾਂਦਾ ਕਿ ਆਪਾਂ ਕੋਈ ਨਵੀਂ ਚੀਜ਼ ਪਬਲਿਕ ਦੇ ਸਾਹਮਣੇ ਕਰਨੀ ਹੈ। ਕੋਈ ਗੁਰਬਾਣੀ ਦੀ ਗੱਲ ਕਰਨ ਲੱਗ ਪੈਂਦਾ, ਉਹ ਕਹਿੰਦਾ ਮੈਨੂੰ ਸਾਰਾ ਕੁਝ ਪਤਾ, ਹੋਰ ਕਿਸੇ ਨੂੰ ਪਤਾ ਹੀ ਨਹੀਂ। ਤੇ ਜਦੋਂ ਉਹਦਾ ਹਾਲਾਤ ਉਰੇ ਪਰੇ ਸੁਣੋ ਤਾਂ ਜ਼ਰੂਰ ਗੱਲਾਂ ਦੋ ਹੁੰਦੀਆਂ ਭਈ ਪਹਿਲਾਂ ਆਪਣਾ ਘਰ ਬੰਦਾ ਸਵਾਰ ਲਵੇ, ਫਿਰ ਹੀ ਉਹਨੂੰ ਬਾਹਰ ਮੌਕਾ ਮਿਲਦਾ ਸੇਵਾ ਦਾ, ਬੰਦਾ ਪਿੱਛੇ ਰਹਿ ਜਾਂਦਾ। ਅਸੀਂ ਕੋਸ਼ਿਸ਼ ਇਹ ਕਰਨੀ ਵੱਧ ਤੋਂ ਵੱਧ ਕਿ ਪੁਰਾਣੀਆਂ ਸਭ ਛੱਡੀਆਂ ਜਾਣ। ਜਦੋਂ ਛੱਡ ਕੇ ਤੁਸੀਂ ਧਾਰਮਿਕ ਜਿਹੜਾ ਫਲਸਫਾ ਹੈ ਜੇ ਉਹਨੂੰ ਐਵੇਂ ਰੱਦੀ ਜਾਣਾ, ਐਵੇਂ ਗੱਲਾਂ ਕਰੀ ਜਾਂ ਬਾਣੀ ਨੂੰ ਉੱਦੇ ਪੜ੍ਹੀ ਜੋ ਕੋਈ ਫਾਇਦਾ ਨਹੀਂ ਉਹਦਾ। ਜਾਂ ਤੇ ਉਹਨੂੰ ਤੁਸੀਂ ਸਮਝਦੇ ਨਹੀਂ ਤਾਂ ਤੁਹਾਨੂੰ ਫਿਰ ਜਹਾਨ ਦੇ ਬਾਰੇ ਸਮਝ ਨਹੀਂ ਆਉਣੀ। ਇਹਨਾਂ ਲੋਕਾਂ ਨੂੰ ਸਾਰਾ ਹੀ ਪਤਾ। ਅਸੀਂ ਐਵੇਂ ਹੀ ਕਹਿੰਦੇ ਸਾਡੇ ਗੁਰੂ ਦੀ ਬਾਣੀ ਬਹੁਤ ਵਧੀਆ ਜੀ, ਬੈਠੇ ਤੇ ਨਿਮੀ ਨਾਨਕਾ ਗੁਣ ਚੰਗਿਆਈਆਂ ਤਾਂ, ਤੇ ਇਹਨਾਂ ਨੂੰ ਉਹਨੂੰ ਹਜ਼ਾਰਾਂ ਗੁਣਾ ਜ਼ਿਆਦਾ ਵੱਧ ਕੇ ਪਤਾ ਹੈ। ਇਸੇ ਕਰਕੇ ਤਾਂ ਇਹਨਾਂ ਕੋਲ ਆ ਕੇ ਬੈਠੇ ਆ। ਇਹ ਪਤਾ ਸਾਨੂੰ ਉਦੋਂ ਲੱਗਦਾ, ਇਹਦਾ ਸਰਟੀਫਿਕੇਟ ਸਾਨੂੰ ਉਦੋਂ ਮਿਲਦਾ ਜਦੋਂ ਅਸੀਂ ਇੱਕ ਇਕੱਠ ਵਿੱਚ ਵਿਚਰਦੇ ਹਾਂ। ਹੁਣ ਦੇਖੋ ਪਿਛਲੇ ਸਾਲ ਕਿੰਨਾ ਔਖਾ ਲੰਘਾਇਆ। ਜਿਹੜੇ ਸੇਵਾਦਾਰ ਸੀਗੇ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਸੀਗੇ, ਉਹਨਾਂ ਨੇ ਇਹ ਤਾਂ ਨਹੀਂ ਦੇਖਿਆ ਬਈ ਜੇ ਅਸੀਂ ਲਹਿੰਦਿਆਂ ਨੂੰ ਚਲ ਗਿਆ ਉਧਰ ਬਿਮਾਰੀ ਹੈ ਨਹੀਂ, ਜੇ ਚੜ੍ਹਦਿਆਂ ਨੂੰ ਚਲ ਗਿਆ ਉਧਰ ਬਿਮਾਰੀ ਹੈ ਨਹੀਂ। ਘਰ ਦਰਵਾਜ਼ੇ ਖੜਕਾ ਲੋਕਾਂ ਨੂੰ ਸਾਂਭਿਆ। ਇਹ ਵਿਚਾਰਾਂ ਸਾਡੇ ਵਿੱਚੋਂ ਕਦੋਂ ਬਾਹਰ ਆਉਣੀਆਂ? ਜਦੋਂ ਅਸੀਂ ਇਹੋ ਜਿਹਾ ਪ੍ਰੋਗਰਾਮ ਰੱਖਦੇ ਹਾਂ, ਜਦੋਂ ਅਸੀਂ ਹਰ ਬੰਦੇ ਨੂੰ ਸੱਦਾ ਦਿੰਦੇ ਹਾਂ। ਇਹ ਨਹੀਂ ਮੈਂ ਧਨਾੜ ਕੋਲੇ ਜਾਣਾ, ਫਿਰ ਸਾਨੂੰ ਉਹ ਧਨਾੜ ਆਪ ਆ ਕੇ ਮਿਲਦਾ। ਇਹੋ ਜਿਹਾ ਕੰਮ ਹੁੰਦੇ ਆ। ਅਸੀਂ ਇਸ ਕਰਕੇ ਇਹ ਸਾਰੀ ਇਕੁਐਲਿਟੀ ਦੀ ਗੱਲ ਕਰਦੇ ਹਾਂ। ਇਸੇ ਕਰਕੇ ਅਸੀਂ ਇਹ ਮੀਡੀਆ ਨੂੰ ਏਕਤਾ ਟੀਵੀ ਰੱਖਿਆ। ਏਕਦਾ ਨਾ ਕਿਤੇ ਸਮਝੋ ਭਰਾਵੋ, ਕਿਤੇ ਭੁਲੇਖਾ ਨਾ ਪੈ ਜਾਵੇ। ਕੋਈ ਸਿਹਤ ਨਹੀਂ ਠੀਕ, ਲਫ਼ਜ਼ ਵੀ ਅੱਗੇ ਪਿੱਛੇ ਹੋ ਜਾਂਦੇ ਆ। ਤੇ ਅਸੀਂ ਜਦੋਂ ਸਾਰਿਆਂ ਨੂੰ ਇੱਦਾਂ ਮੌਕਾ ਦੇਵਾਂਗੇ, ਜਦੋਂ ਅਸੀਂ ਕਿਸੇ ਕੋਲ ਜਾਂਦੇ ਨਹੀਂ ਅਗਲਾ ਕਾਹਤੇ ਆਊਗਾ? ਬਿਲਕੁਲ ਜੀ। ਸੋ ਇਸ ਤਰ੍ਹਾਂ ਕਰਕੇ ਆਪਾਂ ਜਿਹੜੀ ਪਹਿਲੀ ਜਨਵਰੀ ਨੂੰ ਉਹ ਰੌਣਕ ਲਾਉਣੀ ਆ, ਤਾਂ ਕਿ ਪਹਿਲੇ ਦਿਨ ਦੀ એનર્ਜੀ ਸਾਰਾ ਸਾਲ ਚੇਤੇ ਰਹੇ ਸਾਨੂੰ। ਹਾਂਜੀ। ਪਰ ਰਾਜ ਮਾਨਕ ਜੀ, ਮੈਂ ਇੱਕ ਚੀਜ਼ ਦੇਖੀ ਹੈ ਹਾਂਜੀ ਕਿ ਇਨਸਾਨ ਝੂਠੀ ਸ਼ੋਹਰਤ ਲਈ ਕਿੱਥੇ ਤੱਕ ਗਿਰ ਸਕਦਾ ਹੈ। ਕਿੰਨਾ ਕਰਦਾ ਹਰੇਕ ਗੱਲ ਦੇ ਵਿੱਚ ਹੀ ਝੂਠ ਬੋਲੀ ਜਾਣਾ, ਹਰੇਕ ਗੱਲ ਦੇ ਵਿੱਚ ਹੀ ਆਪਣੀ ਵਡਿਆਈ ਬਣਾਈ ਜਾਣੀ। ਹੁਣ ਜੇ ਆਪਾਂ ਗੁਰੂ ਘਰਾਂ ਦੀ ਵੀ ਗੱਲ ਪਹਿਲਾਂ ਦੇਖ ਲਈਏ ਤੇ ਜਿੰਨੇ ਵੀ ਸਭ ਤੋਂ ਪਹਿਲਾਂ ਇੰਗਲੈਂਡ ਦੇ ਵਿੱਚ ਵੁਲਵਰਹੈਂਪਟਨ ਦੇ ਵਿੱਚ ਗੁਰੂ ਘਰ ਜਿਹੜਾ ਬਜ਼ੁਰਗਾਂ ਨੇ ਲਿਆ ਸੀ, ਉਹਨਾਂ ਨੇ ਮਿਹਨਤ ਕੀਤੀ, ਜਿੰਨਾ ਵੀ ਹਾਰਡ ਵਰਕ ਕਰਕੇ ਜਿਹੜੇ ਗੁਰੂ ਘਰ ਹਨ। ਇਹ ਤਾਂ ਇਸ ਕਰਕੇ ਬਾਣੀ ਦੇ ਵਿੱਚ, ਮੈਂ ਆਪਣੇ ਕੋਲੋਂ ਨਹੀਂ ਗੱਲ ਬਣਾਉਣਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ, ਪਰ ਅੱਜ ਕੱਲ੍ਹ ਹੋ ਉਲਟਾ ਰਿਹਾ ਹੈ। ਲੇਕਿਨ ਸਾਡਾ ਵੀ ਫਰਜ਼ ਬਣਦਾ ਹੈ ਕਿ ਜੇ ਅਸੀਂ ਹੁਣ ਜਿਵੇਂ ਕਿ ਬਰਮਿੰਘਮ ਗੁਰੂ ਘਰ ਦੇ ਵਿੱਚ ਇਲੈਕਸ਼ਨ ਹੋਣਾ ਹੈ, ਸੋਚ ਸਮਝ ਕੇ ਆਪਣੀ ਵੋਟ ਦਾ ਇਸਤੇਮਾਲ ਕਰਿਓ ਔਰ ਉਹ ਨੁਮਾਇੰਦਾ ਲਿਆਇਓ ਕਿ ਜਿਹੜਾ ਕੌਮ ਦੀ ਸੇਵਾ ਕਰ ਸਕੇ। ਇਹ ਤੁਹਾਡੇ ਆਪਣੇ ਹੱਥ ਵੱਸ ਹੈ, ਕਿਉਂਕਿ ਬ੍ਰੇਕ ਲਈ ਥੋੜ੍ਹਾ ਜਿਹਾ ਟਾਈਮ ਰਹਿੰਦਾ ਹੈ। ਔਰ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਸਮਝਦਾਰ ਹੋ, ਸਾਰੇ ਹੀ ਸੂਝਵਾਨ ਹੋ ਔਰ ਹਰੇਕ ਜੋ ਵੀ ਉਪਰਾਲਾ ਕਰਦਾ ਹੈ, ਚਾਹੇ ਕੋਈ ਵੀ ਹੋਵੇ, ਉਹਦਾ ਸਾਥ ਸਹਿਯੋਗ ਜ਼ਰੂਰ ਦਿਆ ਕਰੋ। ਔਰ ਤੁਹਾਡੇ ਸਾਥ ਸਹਿਯੋਗ ਦੇ ਨਾਲ ਹੀ ਬੰਦਾ ਬਹੁਤ ਕੁਝ ਉਪਲਬਧੀਆਂ ਕਰ ਸਕਦਾ ਹੈ। ਔਰ ਲਓ ਆਪਾਂ ਇੱਕ ਬ੍ਰੇਕ ਵੱਲ ਚੱਲਦੇ ਹਾਂ। ਬ੍ਰੇਕ ਤੋਂ ਬਾਅਦ ਇਸੇ ਤਰ੍ਹਾਂ ਪ੍ਰੋਗਰਾਮ ਜਾਰੀ ਰੱਖਾਂਗੇ। ਲਾਈਵ ਕਾਲ ਕਰਕੇ ਤੁਸੀਂ ਸਾਂਝ ਪਾ ਸਕਦੇ ਹੋ। ਜੈ ਗੁਰਦੇਵ, ਧੰਨ ਗੁਰਦੇਵ ਜੀ।
ਜੈ ਗੁਰਦੇਵ, ਧੰਨ ਗੁਰਦੇਵ। ਜਿਵੇਂ ਕਿ ਆਪਾਂ ਬ੍ਰੇਕ ਤੋਂ ਪਹਿਲਾਂ ਵਿਚਾਰ ਕਰ ਹੀ ਰਹੇ ਸੀ ਕਿ ਅੱਜ ਜੋ ਬੱਚਿਆਂ ਦਾ ਦਿਨ, ਜਿਹਨੂੰ ਆਪਾਂ ਬਾਲ ਦਿਵਸ ਵੀ ਕਹਿੰਦੇ ਹਾਂ ਔਰ ਚਿਲਡਰਨ ਡੇ ਵੀ ਕਹਿੰਦੇ ਹਾਂ, ਕਿਉਂਕਿ ਇਹ ਤਿਉਹਾਰ ਆਉਂਦੇ ਰਹਿਣੇ ਆ, ਜਾਂਦੇ ਰਹਿਣੇ ਆ, ਲੇਕਿਨ ਜਿਨ੍ਹਾਂ ਨੇ ਮਾਂ ਬਾਪ ਦੀ ਸੇਵਾ ਕਰ ਲਈ ਸੁੱਖ ਪਾ ਲਿਆ, ਕਿਉਂਕਿ ਰੱਬ ਤੋਂ ਪਹਿਲਾਂ ਵੀ ਮਾਂ ਬਾਪ ਨੂੰ ਹੀ ਦਰਜਾ ਦਿੱਤਾ ਗਿਆ ਹੈ ਔਰ ਸਾਡਾ ਫਰਜ਼ ਬਣਦਾ ਹੈ ਕਿ ਜਿਹੜੀਆਂ ਤਕਲੀਫਾਂ ਸਹਿ ਕੇ ਮਾਂ ਬਾਪ ਸਾਡੀ ਪਰਵਰਿਸ਼ ਕਰਦਾ ਹੈ, ਆਉਣ ਵਾਲਾ ਵਕਤ ਜਿਹੜਾ ਹੈ ਅਸੀਂ ਵੀ ਮਾਂ ਬਾਪ ਦਾ ਸਹਾਰਾ ਬਣੀਏ। ਰਾਜ ਮਾਨਕ ਜੀ, ਮੈਂ ਚਾਹੁੰਦਾ ਕਿ ਬ੍ਰੇਕ ਤੋਂ ਬਾਅਦ ਆਪਾਂ ਵਿਚਾਰ ਹੀ ਇਹ ਕਰ ਲਈਏ, ਕਿਉਂਕਿ ਬ੍ਰੇਕ ਤੋਂ ਪਹਿਲਾਂ ਆਪਾਂ ਜੋ ਵੀ ਇਸ ਕਰਕੇ ਦਾਸ ਨੇ ਨਾ ਹੀ ਰੰਗ ਦੁਨੀਆ ਦੇ ਰੱਖਿਆ ਹੈ ਜਿਹਦੇ ਵਿੱਚ ਆਪਾਂ ਹਰ ਇੱਕ ਤਰ੍ਹਾਂ ਦਾ ਵਿਚਾਰ ਵਟਾਂਦਰਾ ਕਰ ਸਕਦੇ ਹਾਂ, ਲੇਕਿਨ ਜੋ ਮੇਨ ਮਕਸਦ ਹੋਵੇ ਥੋੜਾ ਆਪਾਂ ਫੋਕਸ ਕਰੀਏ ਤਾਂ ਵਧੀਆ ਲੱਗਦਾ ਹੈ। ਔਰ ਲਾਈਵ ਕਾਲ ਤੁਸੀਂ ਕੋਈ ਵੀ ਕਰਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਔਰ ਬਹੁਤ ਸਾਰੇ ਫੋਨ ਕਾਲ ਆਉਂਦੇ ਹਨ, ਕਈ ਵਾਰ ਨਹੀਂ ਵੀ ਪਤਾ ਲੱਗਦਾ ਤਾਂ ਦਾਸ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹੈ। ਹਾਂਜੀ ਰਾਜ ਮਾਨਕ ਜੀ। ਸਾਥੀਓ, ਜਿਸ ਤਰ੍ਹਾਂ ਗੁਰਬਾਣੀ ਵਿੱਚ ਆਮ ਹੀ ਆਪਾਂ ਸੁਣਦੇ ਆ ਜੀ, ਹਰ ਬੁਲਾਰਾ ਇਹ ਗੱਲ ਕਰਦਾ, ਸੋ ਕੋ ਬੰਦਾ ਆਖੀਏ ਜਿੱਤ ਜੰਮੇ ਅਲਾ ਜਾਨ। ਜੀ, ਬਹੁਤ ਵੱਡਾ ਤੱਤਵਾ ਹੈ, ਬਹੁਤ ਹੀ ਵੱਡਾ। ਜੀ ਜੀ ਜੀ। ਤੇ ਕਈ ਵਾਰੀ ਇਹਦੀ ਬੰਦ ਖਿਲਾਫੀ ਉਹੀ ਬੰਦੇ ਕਰਦੇ ਜਿਹੜੇ ਇਦਾਂ ਕਹਿੰਦੇ ਆ। ਜੀ। ਉਸਤਾਦ ਕਲੀਮ ਮਾਨ ਜੀ ਨੇ ਗੀਤ ਗਾਇਆ, ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ। ਜੀ। ਜਦੋਂ ਕਦੇ ਉਹਨਾਂ ਦਾ ਬਾਹ ਪਿਆ ਇਸ ਗੱਲ ਨਾਲ, ਉਹ ਕਿਤੇ ਪ੍ਰੋਗਰਾਮ ਕਰਨ ਗਏ ਜੀ, ਉਦੋਂ ਟੈਲੀਫੋਨ ਘਰਾਂ 'ਤੇ ਹੁੰਦੇ ਸੀਗੇ, ਆ ਮੋਬਾਈਲ ਇੰਨੇ ਹੈ ਨਹੀਂ ਸੀ, ਤਾਂ ਜੋ ਉਹ ਆਪਣਾ ਖੜ੍ਹ ਕੇ ਪ੍ਰੋਗਰਾਮ ਕਰਦੇ, ਮਗਰ ਗੱਲਬਾਤ ਹੋ ਰਹੀ ਆ, ਕੁਸਰ ਮੁਸਰ ਹੁੰਦੀ ਆ, ਬਾਪੂ ਕੁਲਦੀਪ ਮਾਨ ਖੜ੍ਹ ਕੇ ਗਾਉਣ ਲੱਗੇ ਉਹਨੂੰ ਮਾੜਾ ਜਿਹਾ ਪਤਾ ਲੱਗਾ, ਕਹਿੰਦਾ ਮੈਨੂੰ ਪਤਾ ਤੁਸੀਂ ਕੀ ਗੱਲਾਂ ਕਰਦੇ ਆ। ਉਹ ਕਦੇ ਉਹਨਾਂ ਦੀ ਬੀਬੀ ਪੂਰੀ ਹੋ ਗਈ ਸੀ ਮਾਨ ਸਾਹਿਬ ਦੀ, ਉਹਨਾਂ ਨੇ ਪ੍ਰੋਗਰਾਮ ਬੰਦ ਨਹੀਂ ਕੀਤਾ। ਉਹ 2-2.5 ਘੰਟੇ ਦੇ ਜਿਹੜੇ ਪੈਸੇ ਤਾਂ ਪਹਿਲਾਂ ਦਿੱਤੇ ਹੁੰਦੇ ਆ ਜੀ, 2.5 ਘੰਟੇ ਕਰਨ ਤੋਂ ਬਾਅਦ ਫਿਰ ਉਹਨੇ ਦੱਸਿਆ, ਕਹਿੰਦਾ ਵੀ ਦੇਖੋ ਵਿੱਚ ਹੀ ਸੁਨੇਹਾ ਆ ਗਿਆ ਸੀ ਵੀ ਬੀਬੀ ਪੂਰੀ ਹੋ ਗਈ ਹੈ ਮਾਨ ਸਾਹਿਬ ਦੀ ਮਦਰ, ਪਰ ਫਿਰ ਵੀ ਤੁਹਾਡਾ ਹੁਕਮ ਮੈਂ ਪਹਿਲਾਂ ਪੂਰਾ ਕੀਤਾ। ਬਿਲਕੁਲ। ਪ੍ਰੋਗਰਾਮ ਛੱਡਿਆ ਨਹੀਂ ਵਿੱਚ, ਉਹ ਸੰਗਤ ਵੇਟ ਕਰਦੀ ਹੁੰਦੀ ਆ। ਉਹਨਾਂ ਦੇ ਗੀਤ ਬੜੇ ਇਨਕਲਾਬ ਦੇ ਗੀਤ ਹੁੰਦੇ, ਬੜੇ ਉਹਨਾਂ ਦੇ ਉੱਚੇ ਸੁਰ ਵਾਲੇ, ਬੜੇ ਦਿਲ ਨੂੰ ਕੰਬਣ ਲਾਉਂਦੇ ਆ, ਇਹੋ ਜਿਹੇ ਵਧੀਆ ਗੀਤ ਹੁੰਦੇ ਆ। ਉਹਨਾਂ ਨੇ ਉਸ ਤੱਥ ਦੇ ਵਿੱਚ ਇਹ ਚੀਜ਼ ਸਾਹਮਣੇ ਕਰ ਦਿੱਤੀ ਕਿ ਪਹਿਲਾਂ ਲੋਕ ਸੇਵਾ। ਬਿਲਕੁਲ। ਆਪਣੀ ਗੱਲਬਾਤ 'ਚ ਬੇਸ਼ੱਕ ਦੀ ਪੈਸੇ ਲੈਣੇ ਹੁੰਦੇ ਆ, ਜੇ ਪ੍ਰੋਗਰਾਮ 2.5-3 ਘੰਟੇ ਕਰਨ ਜਾਂਦੇ ਆ ਤਾਂ ਉਹਨੂੰ 2.5-3 ਮਹੀਨੇ ਰਿਆਜ਼ ਵੀ ਕੀਤਾ ਹੁੰਦਾ। ਜੀ। ਇੱਕ ਗੀਤ ਨੂੰ ਬਣਾਉਣ ਨੂੰ ਹਫ਼ਤਾ ਲੱਗ ਜਾਂਦਾ, 10 ਦਿਨ ਲੱਗ ਉੱਦੇ ਥੋੜ੍ਹਾ। ਸੋ ਇਸ ਕਰਕੇ ਸਾਥੀਓ, ਜਿਹੜਾ ਮਾਂ ਬਾਪ ਦਾ ਯੋਗਦਾਨ ਆ ਉਹ ਗੁਰੂ ਵਾਲੀ ਗੱਲ ਹੋ ਜਾਂਦੀ ਹੈ। ਜੀ। ਜਦ ਅਸੀਂ ਕਹਿੰਦੇ ਇੱਕ ਪਿਤਾ ਇੱਕ ਸਿੱਖਿਆ ਬਾਰ ਤੂੰ ਮੇਰਾ ਗੁਰ ਹਾਈ, ਅਸੀਂ ਕਹਿੰਦੇ ਵੀ ਉਹੀ ਪਿਤਾ ਸਭ ਦਾ, ਫਿਰ ਹੈਗੇ ਤਾਂ ਭੈਣ ਭਰਾ ਅਸੀਂ, ਤੇ ਉਹਦੇ ਬੱਚੇ ਜਿਹੜੇ ਅੜੰਗੇ ਪਾਏ ਉਹ ਜਾਤਾਂ ਪਾਤਾਂ ਵਾਲਿਆਂ ਜੀ, ਉੱਤੇ ਕੰਮ ਖਰਾਬ ਹੁੰਦਾ। ਮਾਂ ਇਹੀ ਸਮਝਾਉਂਦੀ ਆ, ਮਾਂ ਬਾਪ ਇਹੀ ਸਮਝਾਉਂਦੇ ਆ, ਜੇ ਆਪਾਂ ਇਦਾਂ ਸ਼ੇਅਰ ਨਹੀਂ ਕਰਦੇ ਤੇ ਅਸੀਂ ਉੱਦੇ ਗੁਰਬਾਣੀ ਦੀ ਗੱਲ ਕਰਦੇ ਰਹਿੰਦੇ ਆ, ਮੈਂ ਨਾ ਮਾਨੂੰ ਵਾਲੀ ਬਾਤ ਵਿੱਚ ਕਰਦੇ ਰਹਿੰਦੇ ਆ, ਫਰਮੈਸ਼ਾਂ ਕਰ ਦਿੰਦੇ, ਮੈਨੂੰ ਏਦਾਂ ਫੋਨ ਕਰੀਓ, ਏਦਾਂ ਮੈਨੂੰ ਏਦਾਂ ਫੋਨ ਕਰੀ। ਜਦੋਂ ਫੋਨ ਆਉਂਦਾ ਨਹੀਂ ਫੇਰ ਗੱਲ ਨਹੀਂ ਆਉਂਦੀ ਕੋਈ ਜੀ, ਫੇਰ ਡਰ ਲੱਗਣ ਲੱਗ ਪੈਂਦਾ, ਹੁਣ ਮਗਾਵਾਂਗੀ। ਆਪਾਂ ਇਹ ਚੀਜ਼ਾਂ ਛੱਡ ਦਈਏ, ਜਦੋਂ ਤੱਕ ਇਕੱਠੇ ਹੁੰਦੇ ਆ ਇਹ ਵਿਚਾਰਾਂ ਮੁੜ ਕੇ ਫੇਰ ਉਦਾਂ ਦੀਆਂ ਕਿਸੇ ਦਾ ਦਿਲ ਖਰਾਬ ਕਰਦੀਆਂ, ਕਾਹਦੇ ਲਈ? ਬਿਲਕੁਲ। ਜਦ ਕਿ ਮਾਂ ਬਾਪ ਨੇ ਸਾਡੇ ਲਈ ਜੋ ਕੀਤਾ। ਸੋ ਮੈਂ ਵੀ ਆਪਣੀ ਮਾਤਾ ਨਾਲ ਬਹੁਤ ਇਹੋ ਜਿਹੇ ਵਿਚਾਰਾਂ ਵਿੱਚ ਲੜਦਾ ਝਗੜਦਾ ਰਹਿੰਦਾ ਸੀ। ਇੱਕ ਦਿਨ ਬੀਬੀ ਮੇਰੀ ਨੂੰ ਗੁੱਸਾ ਆ ਗਿਆ, ਕਹਿੰਦੀ ਚੁੱਪ ਐਵੇਂ ਲੜਦਾ ਰਹਿਣਾ, ਡਰਦਾ ਰਹਿਣਾ, ਘਬਰਾਉਂਦਾ ਰਹਿਣਾ, ਕੁਛ ਨਹੀਂ ਹੋਇਆ, ਤੇਰੀ ਨਾਨੀ ਨੇ ਮੈਨੂੰ ਵੀ ਦੇ ਪਾਲਿਆ ਸੀ। ਤਾਂ ਫਿਰ ਮਾੜੀ ਤਸੱਲੀ ਹੋਈ। ਇਹੋ ਜਿਹਾ ਮਾਹੌਲ ਪੇ ਬੈਕ ਟੂ ਸੋਸਾਇਟੀ ਆਪਾਂ ਮੀਡੀਆ ਰਾਹੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ ਰਾਜ ਮਾਨਕ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ, ਕਿਉਂਕਿ ਜੇ ਅਸੀਂ ਬਾਣੀ ਦੇ ਨਜ਼ਰੀਏ ਨਾਲ ਦੇਖੀਏ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਹੀ ਸਾਹਿਬਜ਼ਾਦੇ, ਉਹ ਤੋਂ ਵੱਡਾ ਵਾਲ ਦਿਸਬ ਕਿਹੜਾ ਹੋ ਸਕਦਾ ਹੈ? 2 ਤੁਰ ਗਏ ਚਮਕੌਰ ਦੀ ਜੰਗ ਨੂੰ, 2 ਹੋਈਆਂ ਵਿੱਚ ਤਿਆਰ, ਜ਼ੋਰਾਵਰ ਫਤਿਹ ਸਿੰਘ ਜੀ ਤੇ ਜੁਝਾਰ। ਜੇ ਬਾਣੀ ਵੱਲ ਨੂੰ ਜਾਈਏ, ਬਾਣੀ ਤਾਂ ਬਹੁਤ ਇਸ਼ਾਰਾ ਕਰਦੀ ਹੈ, ਪਰ ਅਸੀਂ ਬਾਣੀ ਤੋਂ ਬੇਮੁਖ ਹੋ ਕੇ ਆਪਣੀਆਂ ਚੌਧਰਾਂ ਦੇ ਲਈ, ਆਪਣੀ ਝੋਟੇ ਸ਼ੋਹਰਤ ਲਈ ਬੜਾ ਕੁਝ ਕਰਦੇ ਆ। ਪਰ ਇਹਨਾਂ ਤੋਂ ਬਚਣਾ ਚਾਹੀਦਾ ਹੈ। ਨਾ ਉਹਦੀ ਮਾਰ ਤੋਂ ਕੋਈ ਬਚਿਆ, ਨਾ ਕਿਸੇ ਨੇ ਬਚਣਾ। ਜਿਹੜੀ ਮੈਂ ਹੈ, ਇਹਨੂੰ ਅਗਰ ਆਪਾਂ ਥੋੜਾ ਜਿਹਾ ਚੇਂਜ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿਹੜੇ ਕੰਮ ਆ ਜਿਹੜੇ ਐਵੇਂ ਹੀ ਆਪਾਂ ਬੇਮੁਖ ਹੋ ਕੇ ਇੱਕ ਦੂਸਰੇ ਤੋਂ ਪਾਸੇ ਵੱਟੇ ਹੋਏ ਹਨ। ਕੋਈ ਕੰਮ ਐਸਾ ਨਹੀਂ ਜਿਹੜਾ ਨਹੀਂ ਹੋ ਸਕਦਾ, ਲੇਕਿਨ ਆਪਣੇ ਮਨ ਨੂੰ ਪਹਿਲਾਂ, ਮਨ ਨੂੰ ਤਨ ਸਾਫ਼ ਕੀਤੇ ਨੂੰ ਕਿਸੇ ਨੇ ਨਹੀਂ ਦੇਖਣਾ ਜਦ ਤੱਕ
ਮਨ ਸਾਫ਼ ਨਹੀਂ ਕਰਦੇ। ਇਸ ਕਰਕੇ ਕੋਸ਼ਿਸ਼ ਕਰੋ ਇਹ ਪਿਆਰ ਦੇ ਨਾਲ ਜਿਹੜੀ ਜ਼ਿੰਦਗੀ ਬਤੀਤ ਕਰ ਲੈਣੀ ਉਹਦੇ ਨਾਲ ਦੀ ਕੋਈ ਰੀਸ ਨਹੀਂ। ਔਰ ਜੇ ਅਸੀਂ ਦੂਸਰੇ ਐਂਗਲ ਤੋਂ ਦੇਖੀਏ ਤੇ ਰਾਜ ਕਪੂਰ ਜੀ ਨੇ, ਜਿਵੇਂ ਕਿ ਰਾਜ ਮਾਨਕ ਜੀ ਨੇ ਆਪਣੇ ਉਸਤਾਦ ਦੀ ਗੱਲ ਕੀਤੀ ਹੈ, ਰਾਜ ਕਪੂਰ ਨੇ ਇੱਕ ਫਿਲਮ ਬਣਾਈ ਸੀ ਮੇਰਾ ਨਾਮ ਜੋਕਰ। ਉਹਦੇ ਵਿੱਚ ਉਹਨੇ ਸਾਰਾ ਕੁਝ ਹੀ ਦਿਖਾ ਦਿੱਤਾ, ਸਾਰਾ ਕੁਝ ਹੀ ਪੇਸ਼ ਕਰ ਦਿੱਤਾ ਸੀ। ਲੇਕਿਨ ਉਸ ਇਨਸਾਨ ਨੇ ਇਸ ਫਿਲਮ ਬਣਾਉਣ ਦੇ ਲਈ ਆਪਣਾ ਘਰ-ਬਾਰ ਸਾਰਾ ਕੁਝ ਹੀ ਦਾਅ ਤੇ ਲਾ ਦਿੱਤਾ। ਲੇਕਿਨ ਸਾਡੀ ਜਿਹੜੀ ਪਬਲਿਕ ਹੈ, ਦਰਸ਼ਕ ਹੈ, ਉਸ ਗੱਲ ਨੂੰ ਉਦੋਂ ਸਮਝ ਸਕੇ ਜਦੋਂ ਉਹ ਦੁਬਾਰਾ ਫਿਲਮ ਪਹਿਲੀ ਵਾਰ ਲੱਥ ਕੇ ਦੁਬਾਰਾ ਲੱਗੀ, ਤਾਂ ਉਸ ਵਕਤ ਲੋਕਾਂ ਨੂੰ ਇਹ ਸਮਝ ਲੱਗੀ ਕਿ ਇਨਸਾਨ ਜਿਹੜਾ ਹੈ ਉਹ ਇੱਕ ਜੋਕਰ ਦੀ ਤਰ੍ਹਾਂ ਇੱਕ ਦੁਨੀਆ ਦੇ ਉੱਤੇ ਪਾਰਟ ਪਲੇ ਕਰਨ ਲਈ ਆਉਂਦਾ ਹੈ। ਦੁੱਖ ਹੋਵੇ ਸੁੱਖ ਹੋਵੇ ਉਹਨੂੰ ਉਹ ਆਪਣੀ ਡਿਊਟੀ ਨਿਭਾਉਣੀ ਹੀ ਪੈਂਦੀ ਹੈ। ਇਸ ਕਰਕੇ ਜੋ ਵੀ ਮਾਲਕ ਨੇ ਸਵਾਸ ਦਿੱਤੇ ਹਨ, ਕਿਸੇ ਚੰਗੇ ਕੰਮ ਲਈ ਲਾਈਏ, ਚੰਗਾ ਕਿੱਤਾ ਕਰੀਏ, ਕਿਸੇ ਦੀ ਹੈਲਪ ਕਰ ਸਕੀਏ ਤਾਂ ਉਹ ਜਿਹੜੀ ਹੈ ਯਾਦਗਾਰੀ ਰਹਿੰਦੀ ਹੈ। ਨਹੀਂ ਤਾਂ ਇਨਸਾਨ ਆਉਂਦੇ ਬਹੁਤ ਹਨ, ਜਾਂਦੇ ਬਹੁਤ ਹਨ, ਪਰ ਜੱਗ ਦੇ ਉੱਤੇ ਕੋਈ ਬਿਰਲੇ ਹੀ ਨਾ ਕਮਾਉਂਦੇ ਹਨ। ਜੇ ਧੋਖੇ ਧੜੀਆਂ ਕਰਕੇ ਜਾਂ ਹੇਰਾ ਫੇਰੀਆਂ ਕਰਕੇ ਜਾਂ 100 ਨੂੰ 50 'ਚ ਗਿਣ ਕੇ ਜਾਂ 10 ਨੂੰ 1 'ਚ ਗਿਣ ਕੇ ਇੱਦਾਂ ਕੰਮ ਨਹੀਂ ਹੁੰਦੇ। ਕੰਮ ਜਿਹੜੇ ਹਨ ਉਹ ਤੁਹਾਨੂੰ ਬਿਲਕੁਲ ਆਈਨੇ ਦੀ ਤਰ੍ਹਾਂ ਦਿਖਾਉਣੇ ਪੈਂਦੇ ਹਨ। ਇਸ ਕਰਕੇ ਉਸ ਮਾਲਕ ਦੀ ਰਜ਼ਾ 'ਚ ਰਹਿ ਕੇ, ਉਹਦੀ ਡਰ ਦੇ ਵਿੱਚ ਰਹਿ ਕੇ, ਉਹਦੀ ਭੈ ਦੇ ਵਿੱਚ ਰਹਿ ਕੇ ਰੱਬ ਰੱਬ ਕਰਿਆ ਕਰੋ, ਤਾਂ ਕਿ ਆਉਣ ਵਾਲਾ ਵਕਤ ਜਿਹੜਾ ਆਪਣਾ ਵਧੀਆ ਬਤੀਤ ਹੋ ਸਕੇ। ਹਾਂਜੀ ਰਾਜ ਮਾਨਕ ਜੀ। ਸਾਥੀਓ, ਪਹਿਲਾਂ ਜਿਹੜੇ ਵਹਿਮ ਹੁੰਦੇ ਸੀਗੇ ਜੀ ਵੀ ਤੁਹਾਡੇ ਪਿਛਲੇ ਜਨਮ ਦਾ, ਪਿਛਲੇ ਕਰਮਾਂ ਦਾ ਫਲ ਤੁਸੀਂ ਭੋਗ ਰਹੇ ਜੀ। ਫਰਜ਼ ਕਰੋ ਅੱਜ ਰਾਣਾ ਕੰਮ ਕਰਦਾ ਜਾਂ ਕੋਈ ਬਿਲਡਿੰਗ ਢਾਹ ਰਿਹਾ ਜਾਂ ਬਣਾ ਰਿਹਾ, ਜੇ ਢਾਹ ਰਿਹਾ ਇਹਦਾ ਮਤਲਬ ਇਹ ਨਹੀਂ ਫਿਰ ਪਿਛਲੇ ਜਨਮ 'ਚ ਬਿਲਡਿੰਗਾਂ ਬਣਾਈਆਂ ਬਹੁਤ। ਜੇ ਬਣਾਉਂਦਾ ਨਹੀਂ ਇਹਦਾ ਮਤਲਬ ਇਹ ਨਹੀਂ ਪਿਛਲੇ ਜਨਮ 'ਚ ਢਾਈਆਂ ਨਹੀਂ ਜੀ। ਸੋ ਇਹ ਜਿਹੜਾ ਵਹਿਮ ਭਰਮ ਪਾ ਆ ਹਜੇ ਵੀ ਚੱਲਦਾ। ਆ ਜਿਹੜੇ ਤਿਉਹਾਰ ਆਉਂਦੇ ਆ ਨਾ, ਆ ਵੱਡਾ ਦਿਨ ਛੋਟਾ ਦਿਨ, ਇਹ ਸਾਰਾ ਕੁਝ ਨਹੀਂ ਹੈਗਾ। ਆ ਪਿੱਛੇ ਜਿਹਾ ਤੁਸੀਂ ਦੇਖਦੇ ਆ ਜਿਹੜਾ ਵੀ ਤਿਉਹਾਰ ਬਣਾਉਂਦੇ ਆ ਉਹ ਨਦੀ ਵਿੱਚ ਸਿੱਟਣ ਜਾਂਦੇ ਜੋ ਪੂਜਾ ਪਾਠ ਦਾ ਮਲਬਾ, ਉਹ 5-7 ਬੰਦੇ ਐਵੇਂ ਨਾਲ ਮਾਰ ਗਿਆ। ਉਹਨਾਂ ਦਾ ਕੀ ਕਸੂਰ ਸੀ ਜੀ। ਹਜੇ ਵੀ ਆਪਾਂ ਇਹ ਜਿਹੜੇ ਸਾਡੇ ਮੀਡੀਆ ਇਹਦੇ ਤੋਂ ਜਿਹੜੀ ਸਾਫ਼ ਗੱਲ ਕਰਦੀ ਨਹੀਂ ਹੈਗੀ। ਪਿਛਲਾ ਜਨਮ ਕੋਈ ਨਹੀਂ ਜੀ ਜੀ। ਗੁਰਬਾਣੀ ਕਹਿੰਦੀ ਆਹਾ ਹੀ ਸਾਂਭਲਾ, ਤਾਂ ਜਿਹੜਾ ਆਹਾ ਜਨਮਿਆ ਆਹਾ ਹੀ ਸਾਂਭਲਾ, ਤਾਂ ਅਗਲਾ ਕਹਿੰਦੇ ਦੇਖਿਆ ਬਿਲਕੁਲ ਅੱਜ ਦੇ ਕੋਈ ਮੁੜ ਕੇ ਆਇਆ ਨਹੀਂ, ਨਾ ਆਊਗਾ, ਨਾ ਆਇਆ ਨਾ ਆਊਗਾ। ਕਈ ਵਾਰੀ ਛੋਟੀ ਉਮਰ 'ਚ ਪਹਿਲਾਂ ਸੁਣਦੇ ਸੀ ਕਿ ਜਿਸ ਵੇਲੇ ਚੱਪਾ ਖੂਨ ਹੋ ਜਾਣਾ ਫੇਰ ਫਲਾਣੇ ਗੁਰੂ ਨੂੰ ਸਵਾਈ ਹੋਣਾ, ਫਲਾਣੇ ਗੁਰੂ ਨੂੰ ਸਵਾਈ ਹੋਣਾ। ਅਸੀਂ ਤਾਂ ਉਦੋਂ ਵੇਖਦੇ ਕਹਿੰਦੇ ਫੇਰ ਗੁਰੂ ਨੂੰ ਆ ਕੇ ਕੀ ਕਰਨਾ ਜਦੋਂ ਸਾਰਾ ਕੁਝ ਮਰ ਗਿਆ ਇੱਥੇ। ਸਾਥੀਓ, ਉਹਦਾ ਸਿੱਧਾ ਹੀ ਮਤਲਬ ਇਹ ਆ ਕਿ ਅੱਜ ਨੂੰ ਸੰਭਾਲੋ, ਕੱਲ ਨਹੀਂ ਵੀ ਕਿਤੇ ਜਾਂਦਾ। ਜਿਹੜਾ ਗੁਰੂ ਆਪੇ ਚੇਲਾ ਵਾਲੀ ਗੱਲ ਆ, ਉਹਦਾ ਮਤਲਬ ਵੀ ਇਹੀ ਆ ਵੀ ਅੱਜ ਨੂੰ ਸੰਭਾਲੋ। ਜਿਹੜਾ ਆਪਾਂ ਸਮਝਦੇ ਆ, ਮੰਨਦੇ ਆ ਵਹਿਮੀਆਂ ਦੀ ਗੱਲਬਾਤ ਕਿ ਗੁਰੂ ਜੀ ਦੇ ਦੁਆਰਾ ਇੱਦਾਂ ਸਹਾਈ ਹੋਣਾ, ਇੱਦਾਂ ਸਹਾਈ ਹੋਣਾ, ਉਹਦਾ ਮਤਲਬ ਇਹੀ ਆ ਵੀ ਇਹ ਲੋਕ ਵਹਿਮ 'ਚ ਪੈ ਜਾਣ। ਜੀ। ਕਿਉਂਕਿ ਗੁਰੂ ਨੂੰ ਦੁਬਾਰਾ ਸਹਾਈ ਹੋਣ ਦੀ ਲੋੜ ਹੀ ਨਾ ਪਵੇ, ਕਿਉਂਕਿ ਗੁਰੂ ਨੂੰ ਤਾਂ ਪਹਿਲਾਂ ਨਹੀਂ ਕੋਈ ਕਸਰ ਛੱਡੀ। ਆਪਣਾ ਧੀ ਪੁੱਤ ਬੱਚੇ ਬਾਹਰ ਛੱਡ ਮਾਰਿਆ ਕਿਸੇ ਨੇ। ਜਿਹੜਾ ਕਹਿ ਦਿੰਦੇ ਆ ਸਾਨੂੰ ਮਜਬੂਰ ਨੇ ਲਫ਼ਜ਼ ਕਹਿਣਾ ਪੈਣਾ ਵੀ ਹਿੰਦੂ ਧਰਮ ਲਈ ਕੀਤਾ, ਧਰਮ ਦਾ ਉਹ ਹੈ ਹੀ ਨਹੀਂ ਕੋਈ। ਧਰਮ ਉਹ ਆ ਜਿਹੜਾ ਦੂਜੇ ਨੂੰ ਕਿਸੇ ਨੂੰ ਬਚਾਉਂਦਾ। ਬਿਲਕੁਲ ਜੀ। ਜੇ ਤਾਂ ਅੱਜ ਗੁਰਬਾਣੀ ਨੂੰ ਮੰਨਣ ਵਾਲਿਆਂ ਦਾ ਧਰਮ ਬਹੁਤ ਵੱਡਾ, ਸਭ ਤੋਂ ਵੱਡਾ ਧਰਮ ਦੁਨੀਆ ਦਾ ਏਸ਼ੀਆ ਦੇ ਵਿੱਚ ਅੱਜ ਉਹ ਆ ਜਿਹੜੇ ਲੋਕ ਗੁਰਬਾਣੀ ਨੂੰ ਮੰਨਦੇ ਆ। ਗੁਰਬਾਣੀ ਵਾਲੇ ਤਾਂ ਪਹਿਲਾਂ ਹੀ ਤੁਰੇ ਫਿਰਦੇ ਬਾਹਰੋਂ ਬਾਹਰ। ਦੂਰ ਕੀ ਜਾਣਾ, ਪਿਛਲੀਆਂ ਗੱਲਾਂ ਛੱਡ ਦਈਏ ਅਸੀਂ, ਦੂਰ ਕੀ ਜਾਣਾ। ਦੇਖੋ ਕਿੱਦਾਂ ਆਉਣੀ ਤੁਰੇ, ਰਾਸ਼ਨ ਲੈ ਕੇ, ਦਵਾਈਆਂ ਲੈ ਕੇ, ਕਿੱਦਾਂ ਤੁਰੇ ਇੰਗਲੈਂਡ ਤੋਂ ਉਰੇ ਪਰੇ ਸਾਰੀ ਦੁਨੀਆ ਦੇ ਜਾਂਦੇ ਆ। ਇਹ ਆ ਗੁਰਬਾਣੀ ਦਾ ਸੁਨੇਹਾ। ਇਹਦੇ ਵਿੱਚ ਕੁਝ ਇਹ ਨਹੀਂ ਹੈਗਾ ਵੀ ਪਿਛਲੇ ਜਨਮ ਦੇ ਕਿਹੜਾ ਦੇਖਣ ਗਿਆ, ਹਜੇ ਵੀ ਮੰਨੀ ਜਾਂਦੇ ਆ। ਸੋ ਆਪਣੇ ਮੀਡੀਆ ਤੋਂ ਬਾਰ-ਬਾਰ ਅਸੀਂ ਵਰਤ ਰੱਖਣ ਦੀਆਂ ਬੜੀਆਂ ਗੱਲਾਂ ਪਤਾ ਚੱਲੀਆਂ। ਜਿਹਦੀ ਉਮਰ ਵਰਤ ਰੱਖ ਕੇ ਵੱਧ ਜਾਊਗੀ, ਇੰਨੇ ਕਲੀਨਿਕ ਕਾਹਲੇ ਬਣੇ ਹੋ, ਹਸਪੀਟਲ ਕਾਹਲੇ ਬਣੇ ਹੋ, ਉਹ ਵੀ ਸਾਰੇ ਬੰਦ ਹੋਣੇ ਚਾਹੀਦੇ ਆ। ਫਿਰ ਭਸਮ ਕਰਦੇ ਆ, ਮੈਂ ਤੈਨੂੰ ਐਸ ਪੂਜਾ ਨਾਲ ਭਸਮ ਕਰ ਦੂੰ, ਉਸ ਪੂਜਾ ਨਾਲ ਭਸਮ ਕਰ ਦੂੰ। ਜੇ ਕੋਈ ਭਸਮ ਕਰਕੇ ਕਿਸੇ ਨੂੰ ਮਾਰ ਸਕਦਾ, ਬਾਰਡਰਾਂ 'ਤੇ ਆਰਮੀ ਕਾਹਲੇ ਮਰਾਉਣੀ? ਫਿਰ ਧੀਆਂ ਪੁੱਤ ਭੈਣਾਂ ਬੱਚੇ ਕਿਉਂ ਮਰਾਉਣੇ ਕਿਸੇ ਦੇ? ਸੋ ਇਸ ਕਰਕੇ ਇਹ ਸਾਰੇ ਵਹਿਮ ਪਾਇਓ ਆ। ਆਪਾਂ ਇਹਨੂੰ ਛੱਡਣ ਦੀ, ਇਹਨੂੰ ਭੁੱਲਣ ਦੇ ਲਈ ਮੀਡੀਆ ਦਾ ਸਹਾਰਾ ਲੈਂਦੇ। ਅਸੀਂ ਵਿਚਾਰਾਂ ਆਪਣੀਆਂ ਕਰਦੇ, ਕੋਈ ਕਾਲ ਕਰਕੇ ਕਹਿੰਦਾ, ਕੋਈ ਰਾਹ ਗਲੀ ਕਹਿੰਦਾ। ਜੇ ਆਪਾਂ ਇਹਨਾਂ ਵਿਚਾਰਾਂ ਨੂੰ ਹਜੇ ਵੀ ਨਹੀਂ ਛੱਡਿਆ ਤੇ ਇੱਥੇ ਦਾ ਪੈਸਾ ਅਸੀਂ ਖਰਾਬ ਹੀ ਕਰਦੇ ਹਾਂ।
ਉਹ ਕਿਸੇ ਗਰੀਬ ਦੇ ਕੰਮ ਆ ਜਾਊਗਾ। ਪਰ ਹੁੰਦਾ ਇਹ ਉਦੋਂ ਆ, ਇਹ ਵਿਚਾਰਾ ਬਾਹਰ ਉਦੋਂ ਆਉਂਦੀਆਂ ਜਦੋਂ ਅਸੀਂ ਇਕੱਠੇ ਹੁੰਦੇ ਆ, ਜਿੱਦਾਂ ਪਹਿਲੀ ਜਨਵਰੀ ਇਕੱਠੇ ਹੋਣ। ਹਾਂਜੀ ਬਿਲਕੁਲ ਰਾਜ ਮਾਨਕ ਜੀ, ਜਿਵੇਂ ਕਿ ਆਪਾਂ ਗੱਲਬਾਤ ਕਰਦੇ ਕਰਦੇ ਹੁਣੇ ਹੀ ਜੋ ਮੈਨੂੰ ਸੂਚਨਾ ਮਿਲੀ ਹੈ ਕਿ ਅੱਜ ਮਹਾਂਪੁਰਸ਼ ਜਿਹੜੇ ਨਾਮਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਏਕਤਾ ਟੀਵੀ ਦੀ ਟੀਮ ਵੱਲੋਂ ਬਹੁਤ ਬਹੁਤ ਸਾਰੇ ਜਗਤ ਨੂੰ ਵਧਾਈ ਦਿੰਦੇ ਹਾਂ, ਕਿਉਂਕਿ ਜਿੰਨੇ ਵੀ ਮਹਾਂਪੁਰਸ਼ ਹੋਏ ਹਨ, ਜਿੰਨੇ ਵੀ ਗੁਰੂ ਹੋਏ ਹਨ, ਸਾਰਿਆਂ ਦਾ ਉਪਦੇਸ਼ ਇੱਕੋ ਹੀ ਸੀ ਕਿ ਬਾਣੀ ਨੂੰ ਮੰਨੋ। ਬਾਣੀ ਦੇ ਵਿੱਚ ਅਸੀਂ ਪੜ੍ਹੀ ਜ਼ਰੂਰ ਜਾਂਦੇ ਹਾਂ, ਕਿਉਂਕਿ ਪੜ੍ਹ ਕੇ ਜਿੰਨਾ ਮਰਜ਼ੀ ਅਸੀਂ ਦੇਖੀ ਜਾਈਏ, ਲੇਕਿਨ ਜਦ ਤੱਕ ਉਹ 'ਤੇ ਅਸੀਂ ਉਸ ਬਾਣੀ ਦੀ ਗੱਲ ਦੇ ਉੱਤੇ ਅਸਰ ਨਹੀਂ ਕਰਦੇ ਤੇ ਸਾਨੂੰ ਇਹ ਬਾਣੀ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ, ਝੂਠੀ ਦਿਖਾਵਟ ਕਰਨ ਦਾ ਵੀ ਕੋਈ ਫਾਇਦਾ ਨਹੀਂ, ਕਿਉਂਕਿ ਅਸੀਂ ਆਪਣਾ ਆਪ ਤਾਂ ਸਵਾਰ ਨਹੀਂ ਸਕਦੇ। ਦੂਜਿਆਂ ਨੂੰ ਅਸੀਂ ਮੈਸੇਜ ਜਾਂ ਵਿਚਾਰ ਜਾਂ ਬੜੀਆਂ ਸਿਖਾਵਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਆਪਣੇ ਅੰਦਰ ਪਹਿਲਾਂ ਝਾਤੀ ਮਾਰੋ ਕਿ ਜਿਹੜੀ ਗੱਲ ਮੈਂ ਇਹ ਕਰ ਰਿਹਾ, ਇਹ ਪਹਿਲਾਂ ਮੈਂ ਆਪਣੇ ਆਪ 'ਤੇ ਲਾਗੂ ਕੀਤੀ ਹੈ ਕਿ ਮੈਂ ਦੂਸਰੇ 'ਤੇ ਐਵੇਂ ਹੀ ਹੁਕਮ ਚਲਾਈ ਜਾਂਦਾ ਹਾਂ। ਇਸ ਕਰਕੇ ਚਾਹੇ ਕੋਈ ਵੀ ਧਰਮ ਹੋਵੇ, ਧਰਮ ਹਰ ਇੱਕ ਸਤਿਕਾਰਯੋਗ ਹੈ, ਜਿੱਥੇ ਜਿਹਦੀ ਲੱਗੀ ਹੈ ਲੱਗੀ ਰਹਿਣ ਦੇ। ਕਿ ਇਸ ਕਰਕੇ ਆਪਣੇ ਜੋ ਵੀ ਗੁਰੂ ਨੂੰ ਮੰਨਦਾ ਹੈ ਉਹਦੇ ਉਪਦੇਸ਼ ਨੂੰ ਮੰਨੋ। ਜੇ ਨਾਮਦਾਨ ਲਿਆ ਹੈ ਉਹਦੀ ਤੁਸੀਂ ਉਸ ਨਾਮ ਦਾ ਜਾਪ ਕਰੋ ਤੇ ਤਾਂ ਹੀ ਜ਼ਿੰਦਗੀ ਜਿਹੜੀ ਹੈ ਬਦਲ ਸਕਦੀ ਹੈ, ਕਿਉਂਕਿ ਉਹਨਾਂ ਦਾ ਇੱਕ ਇਸ਼ਾਰਾ ਹੁੰਦਾ ਹੈ ਕਿ ਮਾੜੀ ਸੰਗਤ ਤੋਂ ਤੁਹਾਨੂੰ ਰੋਕਣਾ, ਮਾੜੇ ਕੰਮਾਂ ਤੋਂ ਤੁਹਾਨੂੰ ਉਠਾ ਕੇ ਇੱਕ ਚੰਗੇ ਰਾਸਤੇ ਵੱਲ ਲਾਉਣਾ। ਔਰ ਗੁਰੂ ਦਾ ਇਸ਼ਾਰਾ ਇਹੋ ਹੀ ਹੁੰਦਾ ਹੈ ਕਿ ਨਾਮ ਜਪਿਆ ਨਾ ਭਗਤੀ ਕੀਤੀ ਤੇ ਕਿੱਥੋਂ ਪਾਲੇ ਰਾਜਗੱਦੀਆਂ। ਜਦੋਂ ਅਸੀਂ ਮੱਥਾ ਟੇਕਣ ਜਾਂਦੇ ਹਾਂ ਤਾਂ ਫਿਰ ਸਾਡੇ ਮਨ ਦੇ ਵਿੱਚ ਹੁੰਦੀ ਹੈ ਕਿ 1 ਰੁਪਈਆ ਜਾਂ 1 ਪੌਂਡ ਰੱਖ ਕੇ ਤੇ ਡਿਮਾਂਡਾਂ ਅਸੀਂ ਲੱਖਾਂ ਦੀਆਂ ਕਰਦੇ ਹਾਂ ਉਸ ਮਾਲਕ ਅੱਗੇ, ਕਿਉਂਕਿ ਉਹ ਮਾਲਕ ਪ੍ਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹਰੇਕ ਨੂੰ ਹੀ ਦੇਖਦਾ ਹੈ, ਹਰੇਕ ਦੇ ਬਾਰੇ ਪਤਾ ਹੈ ਕਿ ਇਹ ਇਨਸਾਨ ਇਸ ਵਕਤ ਕਿਹੜੀ ਚਤਰ ਚਲਾਕੀ ਤੇ ਬੈਠਾ ਹੋਇਆ ਹੈ। ਪਰ ਸੋਚ ਸਮਝ ਕੇ ਆਪਾਂ ਨੂੰ ਸਾਰੀ ਹੀ ਵਿਚਾਰ ਕਰਨੀ ਚਾਹੀਦੀ ਹੈ। ਔਰ ਜੱਗ ਕਿਸੇ ਨੇ ਨਹੀਂ ਜਿੱਤਿਆ, ਨਾ ਕੋਈ ਜਿੱਤ ਸਕਦਾ ਹੀ ਹੈ। ਕਮੀਆਂ ਪੇਸ਼ੀਆਂ ਸਾਰਿਆਂ ਕੋਲ ਹੀ ਰਹਿ ਜਾਂਦੀਆਂ ਹਨ, ਲੇਕਿਨ ਆਪਣੀ ਵੱਲੋਂ ਕੋਸ਼ਿਸ਼ ਕਰੋ ਕਿ ਆਪਾਂ ਪਿਆਰ ਵਧਾਈਏ, ਅਗਲੇ ਦਾ ਸਤਿਕਾਰ ਕਰੀਏ, ਸਤਿਕਾਰ ਕਰਾਈਏ। ਹਾਂਜੀ ਰਾਜ ਮਾਨਕ ਜੀ। ਸਾਥੀਓ, ਗੁਰਬਾਣੀ ਬਹੁਤ ਵੱਡਾ ਕੰਪਿਊਟਰ ਸਦੀਆਂ ਪੁਰਾਣਾ ਹੈ ਜੀ। ਜਿਹੜਾ ਬੰਦੇ ਨੇ ਬਣਾਇਆ ਉਹ ਤਾਂ ਇੰਨਾ ਕੁ ਜੀ ਜੀ ਜੀ। ਉਹਦੇ ਵਿੱਚ ਹਰ ਫਲਸਫਾ ਆ, ਬਿਲਕੁਲ ਹਰ ਫਲਸਫਾ ਜਿਹੜਾ ਮਰਜ਼ੀ ਲੈ ਲਓ, ਉਹ ਇੱਕ ਪਰਮਾਤਮਾ ਦਾ ਸੁਭਾਅ ਆ। ਉਹਦੇ ਵਿੱਚ ਸਾਰਿਆਂ ਗੁਰੂਆਂ ਨੇ ਜੀ, ਸਾਰੇ ਗੁਰੂ ਆਪ ਚ ਜਿਹੜੇ ਬਿਲਕੁਲ ਬੇਈਮਾਨ ਆ ਨਾ, ਉਹ ਗੁਰੂ ਕਹਿਣ ਤੋਂ ਡਰਦੇ ਰਹਿੰਦੇ ਆ। ਜਿੱਥੇ ਮਰਜ਼ੀ ਕਈ ਵੀ ਜਾਣ, ਪਰ ਜੋ ਰਵਿਦਾਸ ਵਾਲਾ ਗੱਲ ਆਉਂਦੀ ਆ ਉਹਨਾਂ ਨੂੰ ਉਲਟੀਆਂ ਜਿਹੀਆਂ ਆਉਣ ਲੱਗ ਪੈਂਦੀਆਂ। ਗੁਰੂ ਨਹੀਂ ਕਹਿਣਾ, ਉਹਦਾ ਭਗਤ ਹੀ ਆ। ਜੇ ਹਿਸਾਬ ਲਾਇਆ ਜਾਵੇ, ਗੁਰੂ ਰਵਿਦਾਸ ਜੀ ਗੁਰੂ ਗ੍ਰੰਥ ਸਾਹਿਬ ਬਣਨ ਤੋਂ ਪਹਿਲਾਂ ਹੋਏ ਆ। ਬਹੁਤੇ ਇਨਸਾਨਾਂ ਨੂੰ ਪਤਾ ਨਹੀਂ ਜੋ ਸੱਚ ਆ ਉਹ ਕੌੜਾ ਹੀ ਹੁੰਦਾ, ਹੋਣਾ ਵੀ ਚਾਹੀਦਾ, ਕਿਉਂਕਿ ਜੇ ਕੌੜਾ ਨਾ ਹੋਵੇ ਤਾਂ ਮੰਨ ਲਓ ਸੱਚ ਨਹੀਂ। ਸੋ ਹੁਣ ਉਹਦੇ ਵਿੱਚ ਆਰਤੀ ਦਾ ਸ਼ਬਦ ਆਉਂਦਾ ਜੀ, ਉਹ ਸਿੱਧਾ ਹੀ ਆ ਵੀ ਬੰਦਾ ਜਿਹੜੀ ਮਰਜ਼ੀ ਪੂਜਾ ਕਰੀ ਜਾਵੇ, ਜੋ ਮਰਜ਼ੀ ਕਰੀ ਜਾਵੇ, ਸਹੀ ਗੱਲ, ਜੋ ਕੁਝ ਕਰਦਾ ਬੰਦਾ, ਉਹ ਜੋ ਫੂਲ ਦੀ ਗੱਲ ਆ, ਮਾਲਾ ਦੀ ਗੱਲ ਆ, ਉਹਦੇ ਵਿੱਚ ਦੀਵੇ ਦੀ ਗੱਲ ਆ, ਬੱਤੀ ਦੀ ਗੱਲ ਆ, ਚਵਰ ਦੀ ਗੱਲ ਆ, ਆਟੇ ਦੀ ਗੱਲ, ਬੱਤੀ ਦੀ, ਜੋ ਵੀ ਕਿੰਨਾ ਕੁਛ ਆ ਉਹਦੇ ਵਿੱਚ। ਜੀ ਜੀ। ਉਹ ਸਾਰਾ ਇੱਕ ਸਮੱਗਰੀ ਪੇਸ਼ ਕੀਤੀ ਗੁਰੂ ਜੀ ਨੇ, ਬਿਲਕੁਲ ਇੱਕ ਸਮੱਗਰੀ ਪੇਸ਼ ਕੀਤੀ ਆ। ਐਂਡ ਤੇ ਉਹਦਾ ਇੱਕ ਫੈਸਲਾ ਦੇ ਦਿੱਤਾ, ਪਰ ਜੇ ਉਹਦੇ ਵਿੱਚ ਸੱਚੇ ਨਾਮ ਦੀ ਗੱਲ ਹੈ ਨਹੀਂ ਤਾਂ ਕੁਝ ਵੀ ਨਹੀਂ। ਸਤਨਾਮ ਹੈ ਹਰ ਭੋਗ। ਹਾਂਜੀ ਜੀ। ਜੇ ਉਹਦੇ ਵਿੱਚ ਸੱਚਾਈ ਦੀ ਗੱਲ ਹੈ ਨਹੀਂ ਬਿਲਕੁਲ ਤਾਂ ਕੁਝ ਵੀ ਵਿਅਰਥ ਹੈ। ਪਰ ਹੋ ਹੀ ਫੇਰ ਜਾਂਦਾ, ਉਹਨਾਂ ਕੁਝ ਹੋ ਜਾਊ, ਟਾਈਮ ਖਰਾਬ ਕਰਦੇ। ਨਿਆਣੇ ਹੱਸਦੇ, ਮੇਰੇ ਬੱਚੇ ਦੋਨੇ ਹੱਸਦੇ ਹੁੰਦੇ ਆ ਵੀ ਡੈਡੀ ਆ ਕੀ ਕਰਦੇ, ਕਾਰਨ ਤਾਂ ਉਹ ਲਾ ਪੈਂਦੇ ਆ, ਉਹ ਲਾਈਟਾਂ ਦੀਆਂ ਸੋਹਣੀਆਂ ਲੱਗਦੀਆਂ। ਸਾਥੀਓ, ਇਹਦੇ ਉੱਪਰ ਆਪਾਂ ਵਿਚਾਰ ਜ਼ਰੂਰ ਕਰਨੀ ਆ ਵੀ ਅਸੀਂ ਉਸੇ ਵਹਿਮ ਵਿੱਚ ਮੁੜ ਕੇ ਤਾਂ ਨਹੀਂ ਡਿੱਗੀ ਜਾਂਦੇ। ਜੀ ਜੀ ਜੀ। ਕਿਉਂਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਨੇ ਸਾਰਾ ਕੁਝ ਪੜ੍ਹਿਆ, ਪੜ੍ਹ ਦੇਖਿਆ। ਅੱਜ ਸਾਰਾ ਏਸ਼ੀਆ, ਸਾਰਾ ਯੂਰਪ ਉਹਦੀ ਗੱਲ ਨੂੰ ਮੰਨਦਾ ਵੀ ਕਿੱਡਾ ਵਿਦਵਾਨੀ ਬੰਦਾ ਸੀਗਾ, ਸਾਡਿਆਂ ਨੂੰ ਪਤਾ ਨਹੀਂ ਕਹਿੰਦੇ ਕੀ ਕੀਤਾ। ਹੁਣ ਇਹਦਾ ਮਤਲਬ ਉਹਨਾਂ ਨੂੰ ਕੀ ਬਾਰੇ ਵੀ ਨਹੀਂ ਪਤਾ, ਜਿਹੜੀ ਉਹਦੀ ਚਾਬੀ ਦੇ ਗਿਆ ਉਹ ਇੰਡੀਆ ਨੂੰ ਸਮਝਣਾ ਕਿੱਦਾਂ, ਉਹਦੇ ਬਾਰੇ ਵੀ ਨਹੀਂ ਪਤਾ। ਉੱਥੇ ਅੱਜ ਵੀ ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ, ਉਹਨਾਂ ਦੇ ਅੱਜ ਵੀ ਛਿੱਤਰ ਪਈ ਜਾਂਦੇ। ਹੁਣ ਮੁੜ ਕੇ ਉੱਧਰ ਨੂੰ ਆਉਂਦੇ ਆ
ਵੀ ਜੇ ਸਭ ਤੋਂ ਵੱਡਾ ਦੁਨੀਆ ਦਾ ਗ੍ਰੰਥ ਵਾ, ਨੌਲੇਜ ਦਾ ਗ੍ਰੰਥ, ਸਿੰਬਲ ਆਫ ਨੌਲੇਜ, ਤੋਂ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਆ, ਹੋਰ ਕੁਝ ਨਹੀਂ। ਅੱਜ ਲੋਕਾਂ ਨੂੰ ਪਤਾ ਲੱਗ ਗਿਆ। ਜਿਹੜੇ ਉਹਨੂੰ ਛੱਡ ਗਏ ਆ ਉਹਨਾਂ ਦਾ ਪੂਜਾ ਪਾਠ ਬਥੇਰਾ ਕਰਾਈ ਜਾਂਦੇ ਉਰੇ ਪਰੇ, ਉਹ ਗਾਈਆਂ ਦੀ ਪੂਜਾ, ਬੱਚਿਆਂ ਦੀ ਪੂਜਾ, ਉਹਨਾਂ ਦੀ ਹੋ ਜੂਗਾ। ਅਸੀਂ ਉਹਦੇ ਖਿਲਾਫ ਨਹੀਂ, ਪੂਜਾ ਜਿਹੜਾ ਕੋਈ ਮਰਜ਼ੀ ਕਰੇ। ਹੁਣ ਮਾਫ਼ ਕਰਨਾ, ਸਾਨੂੰ ਗੱਲ ਕਹਿਣੀ ਪੈਣੀ ਆ, ਉੱਥੇ ਗਾਈਆਂ ਦੇ ਪਿਸ਼ਾਬ ਦੀ ਗੱਲ ਕਰ ਲਿਆ, ਉਹ ਵਧੀਆ ਹੁੰਦਾ, ਚਲੋ ਹੋ ਸਕਦਾ ਵਧੀਆ ਹੋਵੇ, ਫਿਰ ਬੱਚੇ ਦਾ ਪਿਸ਼ਾਬ ਕਿਉਂ ਮਾੜਾ ਜੀ? ਇਹ ਵਿਚਾਰ ਦੀਆਂ ਗੱਲਾਂ ਬਾਤਾਂ ਆ। ਕਿਉਂਕਿ ਜੇ ਇਨਸਾਨ ਹੁਣ ਕੁਕੜੀ ਖਾਂਦੇ ਆ, ਕੋਈ ਲੋਕ ਖਾਂਦੇ ਆ, ਉਹ ਕੋਈ ਦੇਖਦੇ ਵੀ ਕੁਕੜੀ ਹੈ ਤੇ ਕੁੱਕੜ ਆ, ਇਸੇ ਤਰ੍ਹਾਂ ਉਹ ਗਾਂ ਦੇ ਬੱਚੇ ਦੀ ਗੱਲਬਾਤ ਵਾ। ਇਹ ਨੌਲੇਜ ਸਾਰੀ ਸਾਨੂੰ ਮਿਲਦੀ ਕਿੱਥੋਂ ਆ? ਮਹਾਰਾਜ ਦੀ ਬਾਣੀ ਵਿੱਚੋਂ। ਜੇ ਅਸੀਂ ਸਮਝਾਂਗੇ ਉਹਦੇ ਵਿੱਚ ਸ਼ਬਦਾਂ ਦਾ ਨਾਮ ਦੇ ਆਰਤੀ ਮਜਨ ਮਰਾਰੇ ਹਰ ਕੇ ਨਾਮ ਹੈ ਝੂਠੇ ਸਗਲ ਸਾਰੇ, ਸਾਰਾ ਇਹ ਫਲਸਫਾ ਆ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਸਾਰਾ ਕੁਛ ਵਿੱਚੋਂ। ਜੇ ਅੱਜ ਅਸੀਂ ਕਿਸੇ ਹੋਰ ਗੁਰੂ ਪੀਰ ਦੀ ਬਾਣੀ ਨੂੰ ਅੰਮ੍ਰਿਤ ਬਾਣੀ ਕਹਿੰਦੇ ਤਾਂ ਬੁਰਾ ਲੱਗਦਾ। ਸਾਥੀਓ, ਇਹੋ ਜਿਹੇ ਡੂੰਘੇ ਗਿਆਨ ਤੋਂ ਬਿਨਾਂ ਖਾੜੇ ਵਿੱਚੋਂ ਆਪਾਂ ਬਾਹਰ ਨਿਕਲਣਾ। ਜੇ ਉਹ ਨਿਕਲ ਕਿੱਦਾਂ ਹੋਣਾ? ਜਦੋਂ ਆਪਾਂ ਇਦਾਂ ਦੀਆਂ ਵਿਚਾਰਾਂ ਵਿੱਚ ਪੈਣਾ, ਇਹੋ ਜਿਹੇ ਮਾਹੌਲ, ਇਹੋ ਵੱਡੇ ਵੱਡੇ ਪ੍ਰੋਗਰਾਮਾਂ ਵਿੱਚ ਇਕੱਠੇ ਹੋਣਾ ਜਿੱਦਾਂ ਪਹਿਲੀ ਜਨਵਰੀ ਹੋ। ਹਾਂਜੀ ਬਿਲਕੁਲ ਰਾਜ ਮਾਨਕ ਜੀ, ਪਿੱਛੇ ਤੁਸੀਂ ਦੇਖੋ ਨਾ, ਮੇਰੇ ਖਿਆਲ ਵਿੱਚ ਕੱਲ੍ਹ ਦੀ ਗੱਲ ਜਾਂ 1-2 ਦਿਨ ਦੀ ਗੱਲ ਹੈ, ਹਾਂਜੀ ਮਿਲਾਪ ਦਿਵਸ ਜਿਹੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮੈਂ ਸੋਸ਼ਲ ਮੀਡੀਆ ਤੇ ਦੇਖਿਆ। ਹੁਣ ਜਿਹੜੀ ਗੱਲ ਗੁਰੂ ਕਹਿਣ ਵਾਲੀ ਇਹ ਕਾਫੀ ਬਦਲ ਰਹੀ ਹੈ। ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਹੈ। ਜੇ ਅਸੀਂ ਉਮਰ ਦੇ ਤਕਾਜ਼ੇ ਨਾਲ ਦੇਖੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਉਮਰ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ। ਜੀ ਮੈਂ ਤੁਹਾਡੀ ਗੱਲ ਨਾਲ ਇੱਕ ਜੋੜ ਦੇਵਾਂ ਜੀ। ਠੀਕ ਆ, ਕੁਦਰਤੀ ਗੱਲ ਇੱਧਰ ਨੂੰ ਆ ਗਈ ਆ ਆਟੋਮੈਟਿਕਲੀ। ਸਾਥੀਓ, ਵਿਚਾਰੇ ਸਾਡੇ ਗੁਰੂ ਰਵਿਦਾਸ ਜੀ ਨੂੰ ਆਪਾਂ ਸ਼ਰਧਾ ਨਾਲ ਗੁਰੂ ਕਹਿੰਦੇ ਹਾਂ ਜੀ। ਹਾਂਜੀ, ਉਹਨਾਂ ਨੂੰ ਮੌਕੇ ਤੇ ਗੁਰੂ ਧਾਰਿਆ ਵੀ ਗਿਆ ਜੀ। ਮੀਰਾਂ ਬਾਈ ਨੇ ਗੁਰੂ ਧਾਰਿਆ। ਹੁਣ ਗੁਰੂ ਨਾਨਕ ਦੇਵ ਜੀ ਆ, ਉਹਨਾਂ ਨੂੰ ਕਿਤੇ ਗੁਰੂ ਕਿਹਾ ਹੀ ਨਹੀਂ ਜੀ, ਉਹਨਾਂ ਨੇ ਕਹਾਇਆ ਵੀ ਨਹੀਂ। ਜਦ ਆਪਾਂ ਉਹਨਾਂ ਨੂੰ ਗੁਰੂ ਕਹਿੰਦੇ, ਬੇਸ਼ੱਕ ਦੀ ਰਿਸਪੈਕਟ ਨਾਲ ਕਹਿੰਦੇ ਆ, ਜੀ ਜੀ। ਅਸੀਂ ਉਹਨਾਂ ਦੀ ਆਪਣੀ ਸੋਚੀ ਦੇ ਖਿਲਾਫ ਨਹੀਂ ਜਾਂਦੇ ਪਏ। ਦੇਖੋ, ਇਹ ਜਿਹੜੀ ਬਹਿਸ ਹੈ ਨਾ, ਆਪਾਂ ਇਸ ਚੱਕਰ 'ਚ, ਕਿਉਂਕਿ ਸੋਚ ਕਿਸੇ ਦੀ ਨਹੀਂ ਆਪਾਂ ਬਦਲ ਸਕਦੇ। ਹਾਂਜੀ ਹਾਂਜੀ। ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਹੁਣ ਜਿਵੇਂ ਆਪਾਂ ਕਹਿੰਦੇ ਨੇ ਕਿ ਬਹੁਤ ਸਾਰੀ ਉਹ ਬਾਣੀ ਦੇ ਵਿੱਚ ਜੋ ਲਿਖਿਆ ਗਿਆ ਉਹਨੇ ਹੀ ਬੋਲੀ ਜਾ ਰਹੇ, ਲੇਕਿਨ ਬਦਲਾਅ ਜਿਹੜਾ ਆ ਰਿਹਾ ਹੈ, ਹਵਾ ਜਿਹੜੀ ਬਦਲ ਰਹੀ ਹੈ। ਕਿਉਂਕਿ ਜਿਹੜੇ ਲੋਕ ਬਹੁਤ ਪਹਿਲਾਂ ਭਿੰਨ ਭੇਦ ਵਿਤਕਰਾ ਕਰਦੇ ਸਨ, ਉਹ ਹੁਣ ਗੁਰੂ ਕਹਿ ਕੇ ਸਤਿਕਾਰ ਕਰਦੇ। ਜਦੋਂ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਮਸਤਕ ਹੁੰਦੇ ਹਾਂ, ਮੱਥਾ ਟੇਕਦੇ ਹਾਂ, ਉਸ ਵਕਤ ਅਸੀਂ ਸਾਰਿਆਂ ਨੂੰ ਹੀ ਮੱਥਾ ਟੇਕਦੇ। ਇਹ ਕੋਈ ਜ਼ਰੂਰੀ ਨਹੀਂ ਕਿ ਉਹਦੇ 'ਚੋਂ ਵੱਖ ਕਰਕੇ ਟੇਕਦੇ ਹਾਂ। ਲੇਕਿਨ ਉਹ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਾ ਸੀ, ਜਿਸ ਇਨਸਾਨ ਨੇ ਆਪਣਾ ਮਨ ਨਹੀਂ ਧੋਤਾ ਨਾ, ਤਨ ਧੋਤੇ ਨੂੰ ਕਿਸੇ ਨੇ ਨਹੀਂ ਦੇਖਣਾ। ਜਾਂ ਸੋਹਣਾ ਕੱਪੜਾ ਪਾਇਆ ਕਿਸੇ ਨੂੰ ਨਹੀਂ ਦੇਖਣਾ। ਚੰਗਿਆਈਆਂ ਜਿਹੜੀਆਂ ਇਨਸਾਨ ਦੇ ਵਿੱਚ ਉਹ ਆਪੇ ਹੀ ਨਜ਼ਰ ਆਉਂਦੀਆਂ ਹਨ। ਇਸ ਕਰਕੇ ਜੇ ਉਸ ਮਾਲਕ ਨੇ, ਉਸ ਅਕਾਲ ਪੁਰਖ ਨੇ, ਵਾਹਿਗੁਰੂ ਨੇ, ਅੱਲਾ ਨੇ, ਜਿਹਦਾ ਮਰਜ਼ੀ ਹੀ ਜਾਪ ਕਰ ਲਓ ਨਾਮ, ਲੇਕਿਨ ਇੱਕ ਕਿਰਤ ਕਮਾਈ ਜ਼ਰੂਰ ਕਰੋ ਕਿ ਉਹਨੂੰ ਯਾਦ ਜ਼ਰੂਰ ਰੱਖਿਆ ਕਰੋ ਜਿਹਨੇ ਇੱਥੇ ਤੱਕ ਸਾਨੂੰ ਪਹੁੰਚਾ ਦਿੱਤਾ। ਦੂਸਰੀ ਗੱਲ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ, ਜੇ ਦੇਸ਼ਾਂ ਤੋਂ ਵਿਦੇਸ਼ਾਂ 'ਚ ਬੈਠੇ ਹਾਂ ਤਾਂ ਡਾਕਟਰ ਅੰਬੇਦਕਰ ਭੀਮ ਰਾਓ ਜੀ ਦੀ ਬਦੌਲਤ ਜਿਹੜਾ ਪਾਸਪੋਰਟ ਦਾ ਅਧਿਕਾਰ ਮਿਲਿਆ ਸਾਨੂੰ। ਨਹੀਂ ਤਾਂ ਔਰਤ ਨੂੰ ਹਰ ਵਕਤ ਦਰਕਾਰਿਆ ਜਾਂਦਾ ਸੀ, ਤੇ ਜੇ ਔਰਤ ਨੂੰ ਵੀ ਪੂਰੇ ਹੱਕ ਸਤਿਕਾਰ ਲੈ ਕੇ ਦਿੱਤਾ ਤੇ ਡਾਕਟਰ ਭੀਮ ਰਾਓ ਅੰਬੇਦਕਰ ਨੇ ਹੀ ਲੈ ਕੇ ਦਿੱਤਾ ਹੈ। ਕਿਉਂਕਿ ਸਮਾਂ ਬਦਲਦਾ ਹੈ, ਸਮੇਂ ਦੇ ਨਾਲ ਸਾਰਾ ਕੁਝ ਹੌਲੀ ਹੌਲੀ ਸਟੈਪ ਬਾਈ ਸਟੈਪ ਸਾਰਾ ਕੁਝ ਚੇਂਜ ਹੁੰਦਾ ਜਾਂਦਾ ਹੈ। ਹੁਣ ਜਿੱਥੇ ਬਹੁਤ ਸਾਰੇ ਪਿਛੜੇ ਸਾਡੇ ਵਰਗ ਸਨ, ਜੇ ਅਸੀਂ ਇੱਧਰ ਯੂਪੀ, ਬਿਹਾਰ, ਕੇਰਲਾ, ਮਦਰਾਸ, ਆਂਧਰਾ ਪ੍ਰਦੇਸ਼, ਜਿੱਥੇ ਮਰਜ਼ੀ ਝਾਤੀ ਮਾਰ ਕੇ ਦੇਖ ਲਈਏ, ਬਹੁਤ ਤਬਦੀਲੀਆਂ ਹੋ ਰਹੀਆਂ ਹਨ। ਉਹ ਪਹਿਲਾਂ ਵਾਲੀ ਗੱਲ ਹੁਣ ਨਹੀਂ ਰਹੀ। ਲੇਕਿਨ ਲੋਕੀ ਵੀ ਸਮਝਦਾਰ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਹੈ ਇਹਦੇ ਉੱਤੇ ਬਹੁਤ ਸਾਰੇ ਵਿਚਾਰ ਚੱਲਦੇ ਰਹਿੰਦੇ ਹਨ। ਬਹੁਤ ਸਾਰੀਆਂ ਸੰਸਥਾਵਾਂ ਸਭਾਵਾਂ ਬਣੀਆਂ ਹੋਈਆਂ ਹਨ ਜਿਹੜਾ ਇਹ ਉਪਰਾਲਾ ਕਰ ਰਹੀਆਂ ਹਨ। ਚਾਹੇ ਕੋਈ ਵੀ ਸੰਸਥਾ ਹੋਵੇ, ਕੋਈ ਵੀ ਸਭਾ ਸੁਸਾਇਟੀ ਹੋਵੇ, ਜਿਹੜਾ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਹਨੂੰ ਸ਼ਲਾਘਾ ਵੀ ਕਰਨੀ ਚਾਹੀਦੀ ਹੈ। ਏਕਤਾ ਟੀਵੀ ਹਰੇਕ ਦਾ ਪੂਰਾ ਸਤਿਕਾਰ ਕਰਦਾ ਹੈ। ਕਿਸੇ ਦੇ ਨਾਲ ਵੀ ਕੋਈ ਵਿਤਕਰਾ ਨਹੀਂ। ਕੋਈ ਵੀ ਸੰਸਥਾ, ਕੋਈ ਵੀ ਸਭਾ ਇੱਥੇ ਆ ਕੇ ਪ੍ਰੋਗਰਾਮ ਕਰ ਸਕਦੀ ਹੈ। ਹਰ ਇੱਕ ਨੂੰ ਮੋਸਟ ਵੈਲਕਮ ਕੀਤਾ ਜਾਊਗਾ, ਕਿਉਂਕਿ ਸਾਰਿਆਂ ਦਾ ਅਧਿਕਾਰ ਹੈ। ਕੋਈ ਇੱਥੇ ਕੋਈ ਚੌਧੜਾ ਦਾ ਡੰਡਾ ਕਿਸੇ ਪਾਸੇ ਜਾਂ ਝੰਡਾ ਗੱਡਿਆ ਹੀ ਨਹੀਂ ਕਿ ਲਓ ਜੀ ਇਹਨੂੰ ਪੁੱਛ ਕੇ ਆਉਣਾ ਪੈਣਾ।
ਕਿਸੇ ਦੇ ਨਾਲ ਵੀ ਤੁਸੀਂ ਗੱਲਬਾਤ ਕਰਕੇ ਇੱਥੇ ਮੋਸਟ ਵੈਲਕਮ ਆ ਕੇ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ, ਕਿਉਂਕਿ ਅਗਰ ਤੁਸੀਂ ਸਾਡੇ ਨਾਲ ਰਲ ਮਿਲ ਕੇ ਵਿਚਾਰ ਕਰੋਗੇ ਤਾਂ ਉਹਦਾ ਆਨੰਦ ਹੀ ਕੁਝ ਹੋਰ ਆਵੇਗਾ। ਹਾਂਜੀ ਰਾਜ ਮਾਨਕ ਜੀ। ਸਾਥੀਓ, ਜੇ ਅਸੀਂ ਵਿਚਾਰਾਂ ਹੀ ਕਰਦੇ ਹਾਂ, ਕਈ ਵਾਰ ਲਫ਼ਜ਼ ਅੱਗੇ ਪਿਛੜ ਵੀ ਕਿਹਾ ਹੁੰਦਾ, ਮਾਫੀ ਚਾਹੁੰਦੇ ਹਾਂ। ਸੋ ਜੇ ਤੁਸੀਂ ਅਗਾਂਹ ਵਧੂ, ਆਪਸੀ ਮੇਲ ਮਿਲਾਪ ਦੀਆਂ ਵਿਚਾਰਾਂ, ਵਹਿਮਾਂ ਭਰਮਾਂ ਨੂੰ ਛੱਡਣ ਦੀਆਂ ਵਿਚਾਰਾਂ, ਬੱਚਿਆਂ ਨੂੰ ਤਰੱਕੀ ਵਾਲੇ ਪਾਸੇ ਲਿਜਾਣ ਦੀਆਂ ਵਿਚਾਰਾਂ ਇਸ ਮੁਲਕ ਵਿੱਚ ਨਹੀਂ ਨਾ ਕਰ ਸਕਦੇ ਜੀ, ਫਿਰ ਕਿਤੇ ਵੀ ਨਹੀਂ ਕਰ ਸਕਦੇ। ਸਾਥੀਓ, ਗੁਰਬਾਣੀ ਦਾ ਲਫ਼ਜ਼ ਹੈ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੇ ਨਹੀਂ ਤੈ ਠਾਉ। ਉਹ ਬੇਗਮਪੁਰਾ ਇੱਥੇ ਆ, ਬਿਲਕੁਲ, ਕਿਉਂਕਿ ਇਹਨਾਂ ਲੋਕਾਂ ਨੇ ਇਸ ਗੱਲ ਨੂੰ ਸਮਝਿਆ ਚੰਗੀ ਤਰ੍ਹਾਂ ਵੀ ਇਹਨਾਂ ਲੋਕਾਂ ਨੂੰ ਮੌਕਾ ਦਿਓ ਸਾਨੂੰ, ਨਹੀਂ ਤਾਂ ਜੇ ਆਪਣੇ ਕਾਨੂੰਨ ਦੇ ਹਿਸਾਬ ਨਾਲ ਇਹ ਸਿੱਧੇ ਹੋ ਜਾਣ ਤਾਂ 10 ਘੰਟਿਆਂ ਵਿੱਚ ਆਪਣਾ ਮੁਲਕ ਚਿੱਟਾ ਕਰ ਸਕਦੇ ਪਹਿਲਾਂ ਵਰਗਾ। ਪਰ ਨਹੀਂ, ਇਹ ਵੰਡ ਕੇ ਖਾਂਦੇ ਆ। ਬਿਲਕੁਲ ਜੀ, ਇਹਨੂੰ ਕਹਿੰਦੇ ਇਹ ਵੰਡ ਕੇ ਖਾਂਦੇ ਇਹ ਲੋਕ। ਸਾਡੇ ਨਹੀਂ ਉੱਥੇ ਹੋਣਾ ਕੁਝ ਵੀ, ਪਰ ਫਿਕਰ ਜ਼ਰੂਰ ਪੈ ਗਿਆ ਉੱਥੇ ਵੀ ਅੱਜ ਤਾਂ ਇਹ ਸਾਡੇ ਕੋਲੋਂ 2 ਰੁਪਏ ਕਣਕ ਲੈ ਕੇ 30 ਰੁਪਏ ਨੂੰ ਵੇਚਦੇ ਸੀਗੇ, ਕੱਲ੍ਹ ਨੂੰ ਇਹਨੇ ਕਹਿਣਾ ਉਹ ਤੁਸੀਂ ਸਾਡੇ ਸਾਰੇ ਨੌਕਰ ਹੀ ਆ। ਹੁਣ ਪਤਾ ਲੱਗਾ ਜੀ, ਤੇ ਇਕੱਠ ਬਗੈਰ ਗੱਲ ਨਹੀਂ ਬਣਦੀ। ਬਿਲਕੁਲ, ਇਸੇ ਕਰਕੇ ਸਾਲ ਦਿੱਲੀ ਬੈਠੇ ਆ। ਅਸੀਂ ਨਾ ਗੌਰਮੈਂਟ ਨੂੰ ਮਾੜਾ ਕਹਿੰਦੇ ਆ, ਨਾ ਅਸੀਂ ਸਿਰਫ ਉਹਨਾਂ ਨੂੰ ਹੀ ਚੰਗੇ ਕਹਿੰਦੇ ਆ, ਪਰ ਸਾਥੀਓ, ਗੁਰਬਾਣੀ ਹੱਕ ਲੈਣ ਦੇ ਲਈ ਪ੍ਰੇਰਿਤ ਕਰਦੀ ਆ। ਜੀ, ਕਾਲ ਖਾਏ ਕਿ ਸਾਥੋਂ ਦੇ ਨਾਨਕ ਰਾਹ ਪਛਾਣੇ ਸੀ। ਬਿਲਕੁਲ। ਇਸੇ ਕਰਕੇ ਸਾਰੇ ਇਕੱਠ ਨਾਲ ਬੈਠੇ ਆ। ਜਿਹੜਾ ਬੰਦਾ ਵੀ ਖੇਤੀ ਬਾਰੇ ਜਾਣਦਾ ਉਹ ਜ਼ਿਮੀਂਦਾਰ ਆ, ਉਹ ਕਿਸਾਨ ਆ। ਹੁਣ ਕੋਈ ਬੰਦਾ ਰਾਣਾ ਹੀ ਲਾ ਲਓ ਇੱਥੋਂ, ਜਾਂ ਮੈਂ ਹੀ ਲਾ ਲਓ, ਇੱਥੋਂ 25 30 40 50 ਲੱਖ ਰੁਪਈਆ ਇਕੱਠਾ ਕੀਤਾ, 10 ਖੇਤ ਲੈ ਕੇ ਮੈਂ ਖੇਤੀ ਸ਼ੁਰੂ ਕਰ ਦਿੰਦਾ, ਮੈਂ ਵੀ ਖੇਤੀਬਾੜੀ ਵਾਲਾ ਆ। ਪਰ ਹੋ ਕੀ ਰਿਹਾ, ਉਲਟ ਹੋ ਰਿਹਾ ਇਹਦੇ। ਜੀ, ਉਹ ਤੇ 10 ਖੇਤ 2 ਖੇਤ ਵੇਚ ਕੇ ਇਹਨੂੰ ਆਈ ਜਾਂਦੇ ਵੀ ਉਹ ਖੇਤਾਂ ਵਾਲੇ ਦਾ ਨਾ ਰਹਿ ਅੱਜ ਇਹ ਮਾਹੌਲ ਜਿਹੜਾ ਗਵਰਨਮੈਂਟ ਨੇ ਕਿਹੜੇ ਤਰੀਕੇ ਨਾਲ ਬਣਾਇਆ, ਅੱਜ ਪਤਾ ਲੱਗ ਗਿਆ। ਅੱਗੇ ਸੀਗਾ ਕੁੰਡੇ ਦੀ ਚਟਣੀ ਵਾਲੇ ਗੀਤ ਸੁਣਿਆ ਸੀ ਕਿਤੇ, ਚਟਣੀ ਚੁਟਣੀ ਖਾਣ ਨੂੰ, ਰੋਟੀ ਰੁੱਖੀ ਮਿੱਠੀ ਖਾਣ ਨੂੰ ਉਹਦਾ ਅਸੀਂ ਹੁੰਦੇ। ਜੀ ਜੀ, ਲੈ ਸਾਡੇ ਤਾਂ ਇਦਾਂ ਆ, ਮੱਝਾਂ ਗਾਵਾਂ ਚੱਲਦੀਆਂ, ਬੱਕਰੇ ਬਲਾ ਹੁੰਦੇ। ਹੁਣ ਪਤਾ ਲੱਗ ਗਿਆ ਬਈ ਇਹਨਾਂ ਨਾਲ ਬਰਾਬਰ ਇੱਕੋ ਜਿਹੇ ਰਹਿਣਾ ਪੈਣਾ। ਬਿਲਕੁਲ, ਸਾਂਝੀਆਂ ਜਾਤ ਪਾਤ ਕੱਟ ਕੇ ਵਿਆਹ ਹੁੰਦੇ ਆ। ਇਹ ਸਾਰਾ ਸਿਖਾ ਲਿਆ ਗਿਆ ਨਾ। ਬਾਣੀ ਤਾਂ ਪਹਿਲਾਂ ਕਹੀ ਜਾਂਦੀ ਆ, ਮਹਾਰਾਜ ਦੀ ਕਿਸੇ ਦੀ ਵੀ ਬਾਣੀ। ਅਸੀਂ ਇਹ ਨਹੀਂ ਕਹਿੰਦੇ ਸਿਰਫ ਗੁਰੂ ਰਵਿਦਾਸ ਜੀ ਦੀ, ਸਾਰਿਆਂ ਦੀ, ਗੁਰੂ ਕਬੀਰ ਜੀ ਦੀ, ਗੁਰੂ ਵਾਲਮੀਕ ਜੀ ਦੀ ਬਾਣੀ ਵੀ, ਗੁਰੂ ਰਵਿਦਾਸ ਜੀ ਦੀ ਵੀ, ਗੁਰੂ ਨਾਨਕ ਦੇਵ ਜੀ, ਸਾਰੇ ਗੁਰੂਆਂ ਦੀ ਬਾਣੀ ਇਕੱਠੇ ਬਹਾਲਦੀ ਆ। ਪਰ ਜੇ ਆਪਾਂ ਉਹਨੂੰ ਪ੍ਰੈਕਟੀਕਲ ਤੇ ਲਿਜਾਵਾਂਗੇ ਨਾ, ਉਦੋਂ ਹੀ ਪੜ੍ਹੀਏ, ਮੈਂ ਕੋਈ ਫਾਇਦਾ ਨਹੀਂ ਉਹਦਾ। ਉਹਨੂੰ ਬਰਾਬਰ ਰੋਕੋ। ਇੱਕ ਵਾਰੀ ਅਸੀਂ ਕਿਤੇ ਹੋਰ ਦਰਬਾਰ ਤੇ 10 ਇੱਦਾਂ 2-4 ਸ਼ਬਦ ਗਾਉਣ ਗਿਆ ਸੀਗਾ, ਉੱਥੇ ਬੜੀ ਸੋਹਣੀ ਗੱਲ ਕਰ ਹੋ ਗਈ। ਉਹ ਦਰਬਾਰ ਦਾ ਸਭ ਕਾ ਮਾਲਕ ਇਹ ਹੈ। ਉੱਥੇ ਬਹੁਤ ਸੋਹਣੀ ਗੱਲ ਆਪਣੇ ਆਪ ਮੂਹਰੇ ਆ ਗਈ ਵੀ ਜਦੋਂ ਆਪਾਂ ਇੱਦਾਂ ਧਾਰਮਿਕ ਰਸਮਾਂ ਦੇ ਵਿੱਚ ਜਾਂਦੇ ਹਾਂ, ਸ਼ਾਮਲ ਹੁੰਦੇ ਹਾਂ, ਭਾਵੇਂ 2 ਮਿੰਟ ਲੈ ਜਾਈਏ, ਉਸ ਦਿਨ ਬੰਦਾ ਸ਼ਰਾਬ ਪੀਣ ਤੋਂ ਬਚ ਜਾਂਦਾ। ਨਾ ਬਈ ਮੈਂ ਦਰਬਾਰ ਤੇ ਜਾਣਾ, ਮੈਂ ਨਹੀਂ। ਸਾਥੀਓ, ਪਹਿਲੀ ਗੱਲ ਤਾਂ ਇਹੀ ਹੈ ਕਿ ਭਲਾ ਸਾਡਾ ਹੋ ਗਿਆ। ਬਿਲਕੁਲ, ਜੇ ਮਹੀਨੇ ਵਿੱਚ ਇੱਕ ਦਿਨ ਭਲਾ ਹੋ ਸਕਦਾ, ਇੱਕ ਦਿਨ ਆਪ ਕਰ ਲਓ ਜੀ। ਹੌਲੀ ਹੌਲੀ ਇਹ ਚੀਜ਼ ਵੱਧ ਜਾਂਦੀ ਹੈ। ਤੇ ਸਾਡਾ ਗੁਰੂ ਤਾਂ ਸਾਡੇ ਲਈ ਸਭ ਕੁਝ ਲਈ ਬੈਠਾ, ਸਾਨੂੰ ਲੈਣਾ ਨਹੀਂ ਆਉਂਦਾ। ਪਰ ਇਹ ਬਾਜ਼ਾਰਾਂ ਬਾਹਰ ਕਦੋਂ ਨਿਕਲਣੀਆਂ, ਜਦੋਂ ਆਪਾਂ ਇਕੱਠੇ ਹੁੰਦੇ ਹਾਂ, ਜਦੋਂ ਪਹਿਲੀ ਨੂੰ ਇਕੱਠੇ ਹੋਣਾ। ਹਾਂਜੀ, ਬਿਲਕੁਲ ਰਾਜ ਮਾਨਕ ਜੀ, ਜਿਵੇਂ ਕਿ ਆਪਾਂ ਗੱਲਬਾਤ ਕਰ ਹੀ ਰਹੇ ਸੀ, ਵਿਚਾਰ ਕਰ ਰਹੇ ਹਾਂ ਕਿ 2022 ਜੋ ਪਹਿਲਾ ਦਿਨ, ਨਵੇਂ ਸਾਲ ਦਾ ਪਹਿਲੀ ਰਾਤ, ਉਸ ਦਿਨ ਆਪਾਂ ਸਾਰਿਆਂ ਨੇ ਹੀ ਇਕੱਠੇ ਹੋ ਕੇ ਆਪਣਾ ਸਾਰਾ ਹੀ ਇੰਜੋਏ, ਮਨੋਰੰਜਨ, ਬਹੁਤ ਵਧੀਆ ਉਪਰਾਲਾ ਕੀਤਾ ਏਕਤਾ ਟੀਵੀ ਨੇ, ਜੋ ਵੀ ਫੂਡ ਦਾ ਔਰ ਬਹੁਤ ਵਧੀਆ ਸਾਰੇ ਅਰੇਂਜ ਕੀਤੇ ਗਏ ਹਨ, ਜਿਹਦੇ ਵਿੱਚ ਬਹੁਤ ਅੱਛੇ ਕਲਾਕਾਰ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਰੂਪਲਾਲ ਧੀਰ ਜੀ ਜੋ ਪਹੁੰਚ ਚੁੱਕੇ ਹਨ। ਉਹ ਵੀ ਮਿਸ਼ਨਰੀ ਗਾਇਕ ਹਨ। ਸਾਡੇ KL ਚਾਂਦ ਜੀ ਜੋ ਬਹੁਤ ਵਧੀਆ, ਜਿਨ੍ਹਾਂ ਨੂੰ ਉਸ ਸਰਸਵਤੀ ਨੇ ਇੱਕ ਇਹੋ ਜਿਹਾ ਅਵਾਰਡ ਦਿੱਤਾ ਕਿ ਜਿਹੜਾ ਆਪਾਂ ਰਹਿੰਦੀ ਦੁਨੀਆ ਤੱਕ ਉਹ ਗੱਲ ਰਹਿਣੀ ਹੈ ਕਿ ਰਫੀ ਦਾ ਅਵਾਰਡ ਛੋਟੀ ਜਿਹੀ ਗੱਲ ਨਹੀਂ ਹੈ। ਹੋਰ ਵੀ ਬਹੁਤ ਸਾਰੇ ਸਿੰਗਰ ਉੱਥੇ ਆਪਣੀ ਹਾਜ਼ਰੀ ਲਵਾਉਣਗੇ। ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹਨ, ਹਰੇਕ ਦੇ ਆਪਣੇ ਵਿਚਾਰ ਹੁੰਦੇ ਹਨ। ਉਹਦੇ ਨਾਲ ਏਕਤਾ ਟੀਵੀ ਜਾਂ ONN TV ਦਾ ਸਹਿਮਤ ਹੋਣਾ ਜਾਂ ਨਾ ਹੋਣਾ ਜ਼ਰੂਰੀ ਨਹੀਂ। ਔਰ ਆਪਣਾ ਖਿਆਲ ਰੱਖਿਓ। ਕੱਲ੍ਹ ਨੂੰ ਪ੍ਰੋਗਰਾਮ ਰਣਵੀਰ ਕੌਰ ਜੀ 6 ਤੋਂ 7 ਲੈ ਕੇ ਆਉਣਗੇ, ਉਹਨਾਂ ਦਾ ਵੀ ਇਸੇ ਤਰ੍ਹਾਂ ਸਾਥ ਸਹਿਯੋਗ ਦੇਣਾ। ਔਰ ਆਉਣ ਵਾਲਾ ਜੋ ਵੀ ਵਕਤ ਹੈ, ਮਾਲਕ ਨੇ ਚਾਹਿਆ ਤਾਂ ਫਿਰ ਤੁਹਾਡੇ ਰੂਬਰੂ ਆਵਾਂਗੇ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਅਗਰ ਕੋਈ ਗਲਤੀ ਕਰ ਗਿਆ ਹੋਵਾਂਗਾ ਤਾਂ ਖਿਮਾ ਦਾ ਜਾ ਸਕਾਂ। ਜੈ ਗੁਰਦੇਵ, ਧੰਨ ਗੁਰਦੇਵ ਜੀ।